ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਮਾਤ ਗੁਜਰ ਕੌਰ ਜੀ ਦੇ ਮਹਾਨ ਸ਼ਹੀਦੀ ਅਸਥਾਨ 'ਤੇ ਅਦਬ ਪਿਆਰ ਵਿੱਚ ਸਜੀ ਸਾਧ ਸੰਗਤ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜੀਵਨ ਲੀਲਾ, ਜੀਵਨ ਕੌਤਕ, ਸਤਿਗੁਰੂ ਜੀ ਦੀ ਅਚਰਜ ਵਡਿਆਈ ਇਤਿਹਾਸ ਦੇ ਪੰਨਿਆਂ ਤੋਂ ਆਪ ਸਰਵਣ ਕਰ ਰਹੇ ਹੋ। ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਪਹਾੜੀ ਰਾਜਿਆਂ ਦੇ ਦਲ ਨੇ ਘੇਰਾ ਪਾਇਆ। 1.5-2 ਮਹੀਨੇ ਦਾ ਸਮਾਂ ਘੇਰਾ ਪਿਆ ਨੂੰ ਗੁਜ਼ਰ ਚੁੱਕਿਆ। ਨਿਤ ਨਵੇਂ ਸੂਰਜ ਪਹਾੜੀ ਰਾਜਿਆਂ ਦਾ ਵੱਡਾ ਨੁਕਸਾਨ ਹੁੰਦਾ ਹੈ। ਸਿੰਘ ਲੋਹਗੜ੍ਹ ਦੇ ਕਿਲੇ ਵਿੱਚੋਂ ਨਿਕਲਦੇ ਆ, ਬਹੁਤ ਵੱਡਾ ਨੁਕਸਾਨ ਕਰਕੇ ਇੱਥੋਂ ਤੱਕ ਕਿ ਅਸਲਾ ਬਰੂਦ ਖੋਹ ਕੇ ਫਿਰ ਵਾਪਸ ਚਲੇ ਜਾਂਦੇ। ਆਤਰ ਹੋ ਗਏ ਪਹਾੜੀ ਰਾਜੇ, ਇਕੱਠਿਆਂ ਬੈਠ ਕੇ ਮਤਾ ਪਕਾਇਆ ਤੇ ਨਿਰਣਾ ਇਹ ਕੀਤਾ ਕਿ ਸਿੱਖਾਂ ਦੇ ਕੋਲ ਇੱਕ ਵੱਡੀ ਤਾਕਤ ਹੈ ਤੇ ਉਹ ਹੈ ਲੋਹਗੜ੍ਹ ਦੇ ਕਿਲੇ ਦੀ ਟੇਕ, ਲੋਹਗੜ੍ਹ ਦੇ ਕਿਲੇ ਦਾ ਆਸਰਾ। ਤੇ ਜੇ ਕਿਲਾ ਲੋਹਗੜ੍ਹ ਅਸੀਂ ਛਡਾ ਲਈਏ, ਕਿਲਾ ਲੋਹਗੜ੍ਹ ਫਤਿਹ ਕਰ ਲਈਏ, ਫਿਰ ਸਿੱਖਾਂ ਨੂੰ ਖਤਮ ਕਰਨਾ ਸੁਖਾਲਾ ਹੋ ਜਾਏਗਾ। ਜਸਵਾਲੀਏ ਰਾਜਾ ਕੇਸਰੀ ਚੰਦ ਨੇ ਜ਼ਿੰਮੇਵਾਰੀ ਲਈ, ਵਿਉਂਤ ਇਹ ਬਣਾਈ ਕਿ ਮੇਰੇ ਕੋਲ ਬਹੁਤ ਭਾਰੀ ਭਰਕਮ, ਬੜੇ ਤਗੜੇ ਜੁੱਸੇ ਵਾਲਾ ਹਾਥੀ ਹੈ। ਸਧਾਰਨ ਹਾਥੀਆਂ ਨਾਲੋਂ ਉਹ ਵੱਖਰਾ ਹੈ, ਬੜਾ ਅਸਾਧਾਰਨ ਆ, ਉਹ ਬਹੁਤੇ ਬਲ ਵਾਲਾ ਹੈ। ਉਹਨੂੰ ਮੱਧ ਮਸਤ ਕਰਾਂਗੇ, ਉਹਦੇ ਮੱਥੇ ਉੱਤੇ ਤਵੀਆਂ ਲੋਹੇ ਦੀਆਂ ਬੰਨਾਂਗੇ, ਅਗਲੇ ਪਾਸੇ ਲਾ ਕੇ ਲੱਖਾਂ ਦਾ ਦਲ ਪਿੱਛੋਂ ਚੱਲੇਗਾ ਤੇ ਉਹ ਹਾਥੀ ਭੂਤਰਿਆ ਹੋਇਆ ਨਸ਼ੇ 'ਚ ਅੰਨਾ ਹੋ ਕੇ ਜਦੋਂ ਦਰਵਾਜ਼ੇ ਨੂੰ ਮਾਰੇਗਾ ਟੱਕਰ, ਲੋਹਗੜ੍ਹ ਦੇ ਦਰਵਾਜ਼ੇ ਨੂੰ ਚਕਨਾਚੂਰ ਕਰ ਦੇਗਾ ਤੇ ਲੱਖਾਂ ਦਾ ਦਲ ਹੜ੍ਹ ਵਾਂਗ ਜਦੋਂ ਅੰਦਰ ਦਾਖਲ ਹੋਏਗਾ, ਫਿਰ ਸਿੱਖਾਂ ਦਾ ਸੰਭਲਣਾ ਔਖਾ ਹੋ ਜਾਏਗਾ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੂਈਏ ਨੇ ਆ ਕੇ ਖਬਰ ਦਿੱਤੀ, ਆਹ ਵਿਉਂਤ ਬਣਾਈ ਹੈ। ਗੁਰੂ ਸਾਹਿਬ ਜੀ ਇਹ ਬਾਤ ਸੁਣ ਹੀ ਰਹੇ ਸੀ, ਸਾਰੇ ਚੁੱਪ ਕੀਤੇ ਹੋਏ ਸਨ ਤੇ ਸਾਹਮਣਿਓਂ ਗੁਰੂ ਕੇ ਪਿਆਰੇ ਸਿੱਖ ਭਾਈ ਸਾਲੋ ਜੀ, ਗੁਰੂ ਅਰਜਨ ਸਾਹਿਬ, ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਰਹੇ ਭਾਈ ਸਾਲੋ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਸੰਸਕਾਰ ਕੀਤਾ ਭਾਈ ਸਾਲੋ ਜੀ ਦਾ। ਉਹਨਾਂ ਦੇ ਪੋਤਰੇ ਨੇ ਦੁਨੀ ਚੰਦ, ਇਹ ਤੁਰੇ ਆਉਂਦੇ ਆ, ਬੜੇ ਡੀਲ ਡੌਲ ਵਾਲੇ ਸੀ, ਬੜੇ ਤਗੜੇ ਸਰੀਰ ਵਾਲੇ ਸੀ, ਉੱਚੇ ਲੰਬੇ ਕੱਦ ਵਾਲੇ, ਚਾਦਰਾ ਬੰਨਿਆ ਹੈ, ਵੱਡੀਆਂ ਬਾਹਾਂ, ਤਗੜੀਆਂ ਲੱਤਾਂ, ਬਹੁਤ ਬਲਵਾਨ। ਦੇ ਮਹਾਰਾਜ ਕਹਿੰਦੇ ਉਹ ਸਾਡਾ ਹਾਥੀ ਆ ਗਿਆ, ਅਸੀਂ ਹਾਥੀ ਦਾ ਮੁਕਾਬਲਾ ਹਾਥੀ ਦੇ ਨਾਲ ਕਰਵਾ ਦਿਆਂਗੇ। ਤੇ ਸਾਡਾ ਹਾਥੀ ਕੇਸਰੀ ਚੰਦ ਦੇ ਹਾਥੀ ਨੂੰ ਕਿੱਥੇ ਟਿਕਣ ਦੇਗਾ, ਅਰਬੇ ਦੇ ਨਾ ਲੇਹ ਧਕਾਏ, ਅੜਨ ਨਹੀਂ ਦੇਗਾ, ਸਾਹਮਣੇ ਨਹੀਂ ਕੱਢ ਸਕੇਗਾ, ਧੱਕ ਕੇ ਲੈ ਜਾਏਗਾ ਸਾਡਾ ਹਾਥੀ। ਦੁਰਦ ਕੇਸਰੀ ਕੀਟੀ ਸਮ ਹੈ, ਕੇਸਰੀ ਚੰਦ ਦਾ ਹਾਥੀ ਤੇ ਕੀੜੀ ਦੇ ਸਮਾਨ ਹੈ, ਸਾਡਾ ਹਾਥੀ ਦੁਨੀ ਚੰਦ ਬੜਾ ਬਲਵਾਨ ਹੈ, ਇਹ ਕਰੇਗਾ ਮੁਕਾਬਲਾ। ਕਰ ਕੇਸਰੀ ਚੰਦ ਦੇ ਚਿਹਰੇ ਦਾ, ਦੁਨੀ ਚੰਦ ਦੇ ਚਿਹਰੇ ਦਾ ਰੰਗ ਉੱਡ ਗਿਆ। ਦੀਵਾਨ ਦੀ ਸਮਾਪਤੀ ਹੋਈ, ਸਿੱਖ ਆਪੋ ਆਪਣੇ ਥਾਵਾਂ ਤੇ ਚਲੇ ਗਏ, ਪਰ ਦੁਨੀ ਚੰਦ ਫਿਕਰਾਂ 'ਚ ਡੁੱਬ ਗਿਆ। ਗੁਰੂ ਸਾਹਿਬ ਜੀ ਦੇ ਬਚਨਾਂ ਉੱਤੇ ਪ੍ਰਤੀਤ ਨਹੀਂ ਹੈ, ਨਿਸ਼ਚਾ ਨਹੀਂ ਹੈ, ਭਰੋਸਾ ਨਹੀਂ ਹੈ ਕਿ ਇਨਸਾਨ ਹਾਥੀ ਦਾ ਮੁਕਾਬਲਾ ਕਿਵੇਂ ਕਰ ਲੇਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀ, ਚਿੰਤਾ ਦੀ ਗੱਲ ਨਹੀਂ, ਇਹ ਗਜ ਰਾਜ ਬਣੈ ਤਿਸ ਜਮ ਹੈ, ਛਿਨਮੈ ਕਰੈ ਸੰਭਾਲਨ ਬਲੀ, ਧਰੈ ਸਹਾਏ ਖਾਲਸਾ ਭਲੀ। ਖਾਲਸਾ ਇਹਦੇ ਨਾਲ ਹੋਏਗਾ, ਸਿੰਘ ਇਹਦੇ ਨਾਲ ਹੋਣਗੇ ਤੇ ਛਿਨ ਵਿੱਚ ਦੀ ਫਤਿਹ ਪਾ ਲਏਗਾ। ਪਰ ਦੁਨੀ ਚੰਦ ਕਹਿੰਦਾ ਮੈਂ ਤੇ ਕੁਛ ਵੀ ਨਹੀਂ ਕਰ ਸਕਦਾ ਜੀ, ਹੋ ਹੀ ਨਹੀਂ ਸਕਦਾ, ਨਾਮੁਮਕਿਨ ਗੱਲ ਹੈ। ਰੰਗ ਜਰਦ ਹੋਇਆ, ਘਬਰਾਇਆ ਹੋਇਆ ਦੁਨੀ ਚੰਦ ਗੁਰੂ ਸਾਹਿਬ ਜੀ ਬਚਨ ਕਰਕੇ ਚਲੇ ਗਏ ਤੇ ਇਹਨੂੰ ਯਕੀਨ ਹੋ ਗਿਆ ਵੀ ਕੱਲ੍ਹ ਦਾ ਸੂਰਜ ਚੜ੍ਹੇਗਾ, ਮੇਰਾ ਅੰਤ ਹੋ ਜਾਣਾ। ਕਿਉਂਕਿ ਹਾਥੀ ਨਾਲ ਬੰਦਾ ਕਿਵੇਂ ਲੜ ਸਕਦਾ, ਬਿਲਕੁਲ ਨਹੀਂ ਲੜ ਸਕਦਾ, ਇਹ ਗੱਲ ਮੰਨਣ ਵਾਲੀ ਹੈ। ਪਰ ਜੇ ਸਤਿਗੁਰੂ ਜੀ ਦੇ ਬਚਨਾਂ ਤੇ ਪ੍ਰਤੀਤ ਹੋਵੇ ਤੇ ਫਿਰ ਕੁਝ ਵੀ ਨਾਮੁਮਕਿਨ ਨਹੀਂ ਹੈ। ਸਾਧ ਸੰਗਤ
फिर मुर्दे भी जी सकते ने, फिर जल ते थल कर थल ते कूआं कूप ते मेर करावै, धरती ते आकाश चढ़ावै, चढ़े आकाश गिरावै। जो हालत दुनी चंद की हुंदी है, इत्थों विचार की लड़ी आरंभ हो रही है। सतगुरु जी के चरणों च अरजोई करिए, सच्चे पातशाह सुमत बख्शण, आप संगत असीस दिओ, प्यार विच जुड़ के जपो जी धन श्री गुरु ग्रंथ साहिब। फिर सिमरो जी धन श्री गुरु ग्रंथ साहिब महाराज जी। वाहिगुरु साहिब जी त्रास विशाल मरण को भयो। हुण ये सारा कुछ की सी बेप्रतीति। सतगुरु जी ने कह दिता है, पर बंदा कितों हाथी नाल लड़ सकता है। मतलब मैनूं लग रहा कि गुरु साहब जी ने एवें ही कह दिता है, ते गुरु साहब जी के बचनों के विच की पता सच्चाई हैगी कि नहीं हैगी। इस वास्ते वड्डा डर है मन च, त्रास विशाल, बड़ा डरिया होया, घबराया होया। ते घबराहट कादी है भी मेरा सवेरे मरण हो जाना। मरण को भयो, त्रास विशाल मरण को भयो। दुनी चंद कहता भी यकीनन मेरी सवेरे मौत है, मेरा सवेरे अंत हो जाना है। मद मस्त हाथी आना है, तो वह भी 10 हाथियों के बल जिन्ना, इन्ना बल उस हाथी च, मैं किवें उहदा मुकाबला करांगा। तो सवेरे मेरा आखिरी दिन होना है, सवेरे मेरी मौत हो जानी है। बिन ही मारे जन मर गयो। समझ लो मैं तो इदा आ जिमें बिना मारन तो खत्म हो गया। बिन ही मारे जन, जिमें मैं बिना मारन तो ही मैं मर चुकिया, हुणे ही मर चुकिया। सतगुरु जी ने बचन किया भी साडा हाथी बली है, सवेरे इहदे कोलों मुकाबला करावांगे। और मैं फिर बेनती कर रहा कि ये एक बिरती है, ਜਦੋਂ ਸਾਨੂੰ गुरु ते प्रतीत नहीं हुंदी। गल सिर्फ दुनी चंद दी नहीं, हर वो मनुख जिन्हों गुरु के बचनों उत्ते भरोसा नहीं हुंदा, वो मौत तो पहला ही मरिया हुंदा है, वो जिंदा नहीं गिणिया जाता। साध संगत गुरु के बचनों ते भरोसा उन्होंने हुंदा जिन्हां दे अंदर प्रतीत हुंदी है ते प्रीत हुंदी है। तो जे ना प्रीत है तो ना प्रतीत है, तो फिर मृतक कहिए नानका, जे प्रीत नहीं भगवंत, फिर तो पहले ही मुर्दा है ना जी। तो ये हालत सिर्फ दुनी चंद की नहीं है साध संगत, हर उस मनुख की है जिन्होंने गुरु साहब जी के बचनों उत्ते भरोसा नहीं है, सिदक नहीं है, विश्वास नहीं है। हर उस मनुख की यह दशा है, वो पहले ही मरिया होया। मृतक कहिए नानका, वेखण नूं भावें चंगा भला जच रहा होवे, सोहना लग रहा होवे, अत सुंदर, कुलीन, चतुर, मुख ज्ञानी, धनवंत, मुख तो ज्ञान दीयां गल्लां करदा है, बड़ा उजला है। पर साहिब कहंदे भी बिना प्रतीत तो, बिना प्रीत तो मरियां दे समान ही है। मृतक कहिए नानका, जे प्रीत नहीं भगवंत। प्रीत भी उत्थे ही है जिथे प्रतीत है। जे सानू विश्वास ही नहीं, निश्चय ही नहीं भी सतगुर मेरा मार्ज वाल है, सतगुर मेरा सरब प्रतिपल है, फिर किवें असीं यकीन करके गुरु के भरोसे ते जीवांगे। भी फिर किवें कवांगे डोरी हाथ तो मारे। सो मैं फिर बेनती करदा भी असीं दूसरिਆਂ ਦੀ गल जदों करते हैं तो फिर बड़े खुश हो के सुनते हैं भी कमजोरी किहदे विच है, दुनी चंद विच। असीं ये कहंदे हैं कमजोरी किहदे विच है, दुनी चंद विच। पर जे प्रतीत नहीं है साडे अंदर तो असीं की हाँ, दुनी चंद। दुनी चंद नहीं बुरा, असीं दुनी चंद हो गए जे गुरु के बचनों उत्ते भरोसा नहीं है, विश्वास नहीं है। तू काहे डोले प्राणियां, तुद राखेगा सिरजनहार। ते जिन्ने सिख पखंडियां दे डेरियां ते भटक रहे आ, जिन्ने सिख कबरां मड़ियां मसाणा ते भटक रहे आ, मत्था टेक के श्री गुरु ग्रंथ साहिब नूं, जिन्ने काले नीले पीले गाने तागे गलां गुट्टां गिट्टियां ते गुट्टां उत्ते हत्थां च पाई फिरदे आ, वो सारे की ने दुनी चंद, बेप्रतीते। भी पता नहीं गुरु ने सवारना कुछ कि नहीं। क्योंकि सानू तो साहब ने कहा सी तू टिक के बह जी, चिंता करन दी तैनूं लोड़ नहीं। गुरु का हुक्म सी
ਵੀ ਤੈਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ, ਤੂੰ ਸਿਰਫ ਸਬਰ ਨਾਲ ਬੈਠ ਜਾਈਂ, ਸੰਤੋਖ ਨਾਲ। ਪਰ ਅਸੀਂ ਕਿਹਾ ਪਤਾ ਨਹੀਂ ਗੁਰੂ ਦਾ ਕਿਹਾ ਸੱਚ ਹੋਣਾ ਹੈ ਕਿ ਨਹੀਂ ਹੋਣਾ, ਜਿਵੇਂ ਦੁਨੀ ਚੰਦ ਸੋਚਦਾ। ਕੱਲੇ ਦੁਨੀ ਚੰਦ ਨੂੰ ਥੋੜੀ ਕਿਹਾ, ਸਾਨੂੰ ਸਾਰਿਆਂ ਨੂੰ ਕਿਹਾ, ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ, ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ। ਸਤਿਗੁਰ ਤੁਮਰੇ ਕਾਜ ਸਵਾਰੇ, ਤੁਮਰੇ ਕਾਜ ਸਵਾਰੇ, ਤੁਮਰੇ ਕਾਜ ਸਵਾਰੇ। ਥਿਰ ਘਰ ਬੈਸੋ ਹਰ ਜਨ ਪਿਆਰੇ, ਥਿਰ ਘਰ ਬੈਸੋ ਹਰ ਜਨ ਪਿਆਰੇ, ਹਰ ਜਨ ਪਿਆਰੇ, ਥਿਰ ਕਰ ਬੈਸੋ ਹਰ ਜਨ ਪਿਆਰੇ। ਸਤਿਗੁਰ ਤੁਮਰੇ ਕਾਜ ਸਵਾਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਕਾਜ ਸਵਾਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ, ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ। ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ, ਤੁਮਰੇ ਕਾਜ ਸਵਾਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਹੁਣ ਜੇ ਸਾਨੂੰ ਯਕੀਨ ਨਹੀਂ ਤੇ ਅਸੀਂ ਕਿੱਥੇ ਭਟਕਦੇ ਹਾਂ ਜੀ? ਪੰਚਕਨਾ ਵਾਲੇ ਬਾਬੇ ਕੋਲ, ਹੈ ਨਾ, ਵੀ ਉਹਨੇ ਕਹਿ ਦਿੱਤਾ ਸੀ ਇਸ ਵਾਸਤੇ ਪਤਾ ਨਹੀਂ ਸਾਡੇ ਕੰਮ ਸੌਰਨੇ ਆ ਕਿ ਨਹੀਂ, ਪੰਚਕਨਾ ਚੱਲਦੀਆਂ। ਇਹਦਾ ਮਤਲਬ ਸਾਡੀ ਬਿਰਤੀ ਦੁਨੀ ਚੰਦ ਵਾਲੀ ਹੋ ਗਈ, ਵੀ ਸਾਨੂੰ ਗੁਰੂ ਸਾਹਿਬ ਦੇ ਬਚਨਾਂ ਉੱਤੇ ਭਰੋਸਾ ਨਹੀਂ ਹੈ, ਇਸ ਵਾਸਤੇ ਅਸੀਂ ਭਟਕ ਰਹੇ ਹਾਂ। ਭਈ ਹਕੀਕਤ ਹੈ ਨਾ ਜੀ, ਕੋਈ ਇਹਦੇ 'ਚ ਸ਼ੱਕ ਵਾਲੀ ਗੱਲ ਤੇ ਨਹੀਂ ਨਾ। ਇੱਕ ਹੁੰਦਾ ਵੀ ਭਰਮ ਵਿੱਚ ਭੁਲੇਖੇ 'ਚ ਗੱਲ ਹੈ, ਪਰਦਾ ਪਿਆ ਹੋਇਆ, ਇਹਦੇ 'ਚ ਪਰਦਾ ਨਹੀਂ ਹੈ। ਸਾਧ ਸੰਗਤ, ਗੱਲ 'ਚ ਪਰਦਾ ਨਹੀਂ ਆ, ਅਸੀਂ ਪਰਦੇ ਵਿੱਚ ਆ। ਗੱਲ ਕਲੀਅਰ ਹੈ, ਸਿੱਖਿਆ ਕਲੀਅਰ ਹੈ। ਤੇ ਜਿਹਨੂੰ ਪ੍ਰਤੀਤ ਨਹੀਂ ਹੁੰਦੀ, ਜਿਹਨੂੰ ਵਿਸ਼ਵਾਸ ਨਹੀਂ ਹੁੰਦਾ, ਉਹਦਾ ਭਰਮ ਮਿਟਦਾ ਹੀ ਨਹੀਂ। ਸਾਧ ਸੰਗਤ, ਉਹ ਭਰਮ ਦਾ ਹੀ ਰਹਿੰਦਾ, ਬਿਨ ਨਾਮੈ ਸਭ, ਹੈ ਨਾ। ਤੇ ਉਸ ਭਰਮ 'ਚ ਕੀ ਹੁੰਦਾ? ਉਸ ਭਰਮ ਵਿੱਚੋਂ ਕੁਝ ਖੱਟਾਂਗੇ। ਕੀ ਕਿਹਾ ਗੁਰੂ ਸਾਹਿਬ ਜੀ ਨੇ ਅੱਜ? ਨਿਤ ਜਗ ਟੋਟਾ, ਟੋਟਾ ਸੰਸਾਰ, ਘਾਟੇ ਵਿੱਚ, ਹਾਂ ਘਾਟੇ 'ਚ ਸਾਧ ਸੰਗਤ ਜੀ ਖੱਟ ਨਹੀਂ ਸਕਾਂਗੇ। ਇਹ ਗੁਰੂ ਸਾਹਿਬ ਕਹਿ ਰਹੇ ਨੇ। ਇਹ ਮਤ ਸੋਚਣਾ ਵੀ ਇਹ ਜਿਹੜੇ ਬੋਲ ਨੇ, ਫਿਰ ਕਈ ਵਾਰੀ ਕਹਿੰਦੇ ਜੀ ਉੱਥੇ ਹਰਪਾਲ ਸਿੰਘਾ ਬੋਲਿਆ ਸੀ। ਮੈਂ ਨਹੀਂ ਬੋਲ ਰਿਹਾ ਜੀ, ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਹਰ ਤੁਸੀਂ ਪੜ੍ਹ ਲਿਆ, ਗੁਰੂ ਸਾਹਿਬ ਜੀ ਬੋਲੇ ਨੇ ਵੀ ਉੱਥੇ ਘਾਟਾ ਹੀ ਰਹਿੰਦਾ ਜਿੱਥੇ ਭਟਕਣ ਵਾਲੇ ਨੇ। ਭਰਮ ਰਹੇ ਆ ਤੇ ਇਸ ਭਰਮ ਨੇ ਘਾਟਾ ਹੀ ਪਾਉਣਾ, ਖੱਟਣਾ ਕੁਝ ਨਹੀਂ ਅਸੀਂ ਜੀ। ਫਿਰ ਖੁਆਰੀ ਦੇ ਰਾਹ ਤੁਰਦੇ ਆ। ਸੋ ਇਤਿਹਾਸ ਸੁਣਦੇ ਆ, ਅਸੀਂ ਸੰਤੁਸ਼ਟ ਹੋ ਜਾਂਦੇ ਆ ਵੀ ਇਹ ਉਹ ਦੁਨੀ ਚੰਦ ਆਇਆ ਸੀ ਅੰਮ੍ਰਿਤਸਰੋਂ, ਉਹਦੀ ਗੱਲ ਸੀ। ਨਹੀਂ ਸਾਧ ਸੰਗਤ ਜੀ, ਇਹ ਸਾਡੀ ਵੀ, ਅਸੀਂ ਜਿਹੜੇ ਇੱਥੇ ਬੈਠੇ ਆ, ਘਰਾਂ 'ਚ ਬੈਠੇ ਆ, ਜਿੱਥੇ ਵੀ ਹਾਂ ਨਾ, ਕਿਸੇ ਦੂਜੇ ਦੀ ਬਾਤ ਨਹੀਂ ਹੈ। ਪਹਿਲਾਂ ਇਤਿਹਾਸ ਦੇ ਸ਼ੀਸ਼ੇ ਵਿੱਚੋਂ ਆਪਣਾ ਆਪ ਵੇਖੀਏ। ਜੇ ਪ੍ਰਤੀਤ ਨਹੀਂ ਹੈ, ਫਿਰ ਅਸੀਂ ਕੰਬ ਰਹੇ ਹਾਂ, ਫਿਰ ਅਸੀਂ ਡਰ ਰਹੇ ਹਾਂ, ਫਿਰ ਸਾਡੇ ਅੰਦਰ ਭਰਮ ਹੈ। ਫਿਰ ਹਰ ਸ਼ੈ ਤੋਂ, ਹਾਥੀ ਤੇ ਫਿਰ ਬੜਾ ਵੱਡਾ ਸੀ ਨਾ, ਫਿਰ ਅਸੀਂ ਕੱਖਾਂ ਤੋਂ ਵੀ ਡਰ ਰਹੇ। ਮੁਰਦਾ ਮਿੱਟੀ ਦੀ, ਮੁਰਦਾ ਮਿੱਟੀ ਪਈ ਹੋਈ ਹੈ, ਪੱਥਰ ਪਏ ਹੋਇਆ, ਇੱਟਾਂ ਦੀ ਥੜੀ ਬਣੀ ਹੋਈ ਹੈ, ਉਹਦੇ ਤੋਂ ਡਰ ਆ ਰਿਹਾ। ਐਵੇਂ ਡਰਦੇ ਹੋ ਇੱਟਾਂ ਦੀ ਥੜੀ ਨੂੰ ਮੱਥਾ ਟੇਕੀ ਜਾ ਰਹੇ। ਉਹਨੂੰ ਬਾਬੇ ਸ਼ਹੀਦ ਕਹਿ ਲਓ, ਉਹਨੂੰ ਖੇੜਾ ਕਹਿ ਲਓ, ਉਹਨੂੰ ਸਮਾਧ ਕਹਿ ਲਓ, ਉਹਨੂੰ ਪੀਰ ਕਹਿ ਲਓ, ਹੈ ਤੇ ਇੱਟਾਂ ਹੀ ਲਿਆ ਕੇ ਲਾਈਆਂ, ਕਿਸੇ ਵਿਚਾਰਧਾਰਾ ਨੂੰ ਤਾਂ ਨਹੀਂ ਮੰਨ ਰਹੇ। ਤਾਂ ਉਹ ਡਰ ਕੀ ਦੱਸ ਰਿਹਾ ਵੀ ਅਸੀਂ ਭਰਮ ਵਿੱਚ ਆ। ਤੇ ਫਿਰ ਹਰ ਉਹ ਮਨੁੱਖ, ਕੱਲਾ ਕੱਲਾ ਮਨੁੱਖ ਦੁਨੀ ਚੰਦ ਹੈ ਜਿਹਨੂੰ ਪ੍ਰਤੀਤ ਨਹੀਂ ਹੈ ਗੁਰੂ ਦੀ ਬੋਲ ਉੱਤੇ, ਬਚਨਾਂ ਉੱਤੇ ਜੀ। ਤੇ ਆਪਣੇ ਆਪ ਨੂੰ, ਹੁਣ ਮੈਂ ਆਪਣੇ ਆਪ ਨੂੰ ਵੇਖਣਾ, ਤੁਹਾਨੂੰ ਆਪਣੇ ਆਪ ਦਾ ਪਤਾ ਵੀ ਕੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉੱਤੇ ਸਾਨੂੰ ਭਰੋਸਾ ਹੈ?
ਹੋਰ ਤੇ ਨਹੀਂ ਕਿਤੇ ਭਟਕ ਰਹੇ? ਕਹਿ ਸਕਦੇ ਹਾਂ ਸੰਗਤ ਜੀ ਦਾਅਵੇ ਨਾਲ ਵੀ ਨਹੀਂ ਭਾਈ ਸਾਹਿਬ ਜੀ ਹੋਰ ਕਿਤੇ ਨਹੀਂ ਭਟਕਦੇ, ਜਿੰਨੇ ਕਿ ਤੁਸੀਂ ਆਏ ਗੁਰਮੁਖ ਪਿਆਰੇ, ਵੀ ਹੋਰ ਕਿਤੇ ਨਹੀਂ ਅਸੀਂ ਕਿਸੇ ਦੇ ਪੈਰਾਂ 'ਚ ਸਿਰ ਨਹੀਂ ਰੱਖਦੇ? ਕਹਿ ਸਕਦੇ ਹਾਂ ਜੀ ਦਾਅਵੇ ਨਾਲ? ਵਾਹਿਗੁਰੂ ਕਰੇ ਇੰਨੀ ਦ੍ਰਿੜਤਾ ਆਵੇ ਤੇ ਬਾਕੀ ਅਸੀਂ ਇਹ ਪੜ੍ਹਦੇ ਪੜ੍ਹਦੇ ਡੰਕੇ ਦੀ ਚੋਟ ਤੇ ਕਹੀਏ ਪਾਏ ਗਹੇ ਜਬ ਤੇ ਤੁਮਰੇ, ਇੰਨਾ ਨਿਸ਼ਚਾ ਆ ਜੇ ਵੀ ਮੈਂ ਤੇ ਕਦੀ ਵੇਖਿਆ ਨਹੀਂ ਕਿਸੇ ਨੂੰ ਜੀ, ਮੈਨੂੰ ਨਹੀਂ ਪਤਾ, ਮੈਂ ਤੇ ਕਦੀ ਆਪਣੀਆਂ ਨਜ਼ਰਾਂ ਦੇ ਹੇਠਾਂ ਨਹੀਂ ਲਿਆਂਦਾ ਜੀ, ਮੈਨੂੰ ਨਹੀਂ ਪਤਾ। ਤਬ ਤੇ ਕੋ ਆਖ ਤਰੇ ਨਹੀਂ ਆਨਿਓ, ਮੈਂ ਨਹੀਂ ਜਾਣਦਾ ਕਿਸੇ ਨੂੰ ਵੀ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ, ਇਹ ਸਭ ਤੇਰੀ ਕਲਾ ਵਰਤ ਰਹੀ ਹੈ ਮਹਾਰਾਜ ਜੀ, ਮੈਂ ਨਹੀਂ ਜਾਣਦਾ ਹੋਰ ਕਿਸੇ ਨੂੰ ਵੀ। ਫਿਰ ਅਸੀਂ ਇਹ ਕੈਟਾਗਰੀ ਹੈ, ਇੱਕ ਦੁਨੀ ਚੰਦ ਵਾਲੀ ਕੈਟਾਗਰੀ ਹੈ, ਇੱਕ ਭਾਈ ਬਚਿੱਤਰ ਸਿੰਘ ਵਾਲੀ ਹੈ। ਫਿਰ ਦੱਸੋ ਅਸੀਂ ਕਿਹੜੇ ਪਾਸੇ ਖੜੇ ਹੋਣਾ? ਜੇ ਦ੍ਰਿੜਤਾ ਹੈ, ਨਿਸ਼ਚਾ ਹੈ, ਫਿਰ ਅਸੀਂ ਭਾਈ ਬਚਿੱਤਰ ਸਿੰਘ ਵਾਲੀ ਪ੍ਰਤੀਤ ਵਿੱਚ ਹਾਂ, ਤੇ ਜੇ ਅਸੀਂ ਡੋਲ ਰਹੇ ਹਾਂ, ਸਾਨੂੰ ਵਿਸ਼ਵਾਸ ਨਹੀਂ ਹੈ ਇਹ ਬਚਨਾਂ ਦੇ ਉੱਤੇ ਵੀ ਸਤਿਗੁਰ ਤੁਮਰੇ ਕਾਜ ਸਵਾਰੇ, ਜੇ ਇਹਨਾਂ ਬਚਨਾਂ ਤੇ ਵਿਸ਼ਵਾਸ ਹੁੰਦਾ ਕਿਤੇ ਗਰਮ ਹੋਣੇ ਸੀ ਇੰਨੇ ਪਖੰਡੀਆਂ ਦੇ ਡੇਰੇ, ਇੰਨਾ ਰਸ਼ ਹੋਣਾ ਸੀ ਉੱਥੇ? ਸਾਨੂੰ ਲੱਗਦਾ ਨਾ ਨਾ ਨਾ, ਸਾਰਾ ਕੁਝ ਉਹਨੇ ਹੀ ਸਵਾਰੇ ਜਿਹੜੇ ਬਾਬੇ ਦੇ ਅਸੀਂ ਜਾਂਦੇ ਹਾਂ। ਸਾਧ ਸੰਗਤ ਜੀ, ਜੁੰਦੇ ਉਹ ਮਰੇ ਹੋਏ ਨੇ ਜਿਨ੍ਹਾਂ ਨੂੰ ਭਰੋਸਾ ਨਹੀਂ ਹੈ, ਅੰਦਰੋਂ ਕਮਜ਼ੋਰ ਨੇ, ਦ੍ਰਿੜਤਾ ਨਹੀਂ ਹੈ, ਨਿਸ਼ਚਾ ਨਹੀਂ ਹੈ, ਪ੍ਰੀਤ ਨਹੀਂ ਹੈ, ਪ੍ਰਤੀਤ ਨਹੀਂ ਹੈ, ਉਹ ਜਿਉਂਦੇ ਮਰੇ ਹੋਏ ਹੈ, ਜਿਉਂਦੇ ਮਰੇ ਹੋਏ ਹੈ। ਤੋ ਇਹ ਸਾਡੇ ਸਾਹਮਣੇ ਇਹ ਦੁਨੀ ਚੰਦ ਤੇ ਇੱਕ ਪਾਤਰ ਹੈ। ਗੱਲ ਤੇ ਅੱਜ ਵੀ ਵਰਤ ਰਹੀ ਹੈ ਤੇ ਵੇਖਣ ਦਾ ਯਤਨ ਕਰਨਾ ਕਿਤੇ ਅਸੀਂ ਉੱਦਾਂ ਦੇ ਨਾ ਹੋਈਏ। ਇੰਨਾ ਦੁਨੀ ਚੰਦ ਘਬਰਾਇਆ ਹੋਇਆ ਹੈ। ਚਿੱਤ ਸੋਚਤ ਚਿੰਤਾ ਪਰ ਗਈ, ਚਿੱਤ ਵਿੱਚ ਚਿੰਤਾ। ਹੁਣ ਚਿੰਤਾ ਕਿਉਂ ਆਉਂਦੀ ਆ? ਚਿੰਤਾ ਤੇ ਕਦੋਂ ਪੈਂਦੇ ਆ? ਜਦੋਂ ਸਾਨੂੰ ਵਿਸ਼ਵਾਸ ਨਹੀਂ ਹੁੰਦਾ, ਪਤਾ ਨਹੀਂ ਆ ਬੇੜੀ 'ਚ ਬੈਠ ਗਏ ਆ, ਇਹਨੇ ਪਤਾ ਨਹੀਂ ਪਾਰ ਲਾਉਣਾ ਕਿ ਨਹੀਂ ਲਾਉਣਾ, ਚਿੰਤਾ। ਗੱਡੀ 'ਚ ਸਵਾਰ ਹੋ ਗਏ ਆ, ਡਰਾਈਵਰ ਪਤਾ ਨਹੀਂ ਰਾਹ ਵਿੱਚ ਹੀ ਨਾ ਮਾਰ ਦੇ ਕਿਤੇ, ਚਿੰਤਾ। ਇਸ ਲਈ ਚਿੰਤਾ ਵਿੱਚ ਆ ਕਿਉਂਕਿ ਭਰੋਸਾ ਨਹੀਂ ਹੈ। ਜਿਨ੍ਹਾਂ ਦੇ ਅੰਦਰ ਭਰੋਸਾ ਹੈ ਉਹਨਾਂ ਨੂੰ ਕੋਈ ਚਿੰਤਾ ਨਹੀਂ। ਉਹ ਕਹਿੰਦੇ ਦੀਨ ਦਇਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ, ਸਭ ਪਰਿਵਾਰ। ਤੋ ਚਿੰਤਾ 'ਚ ਪਿਆ ਹੋਇਆ ਦੁਨੀ ਚੰਦ ਵੀ ਸਵੇਰੇ ਮੈਂ ਗਿਆ, ਮਹਾਰਾਜ ਤੇ ਕਹਿ ਰਹੇ ਤੇਰੀ ਫਤਿਹ ਹੋਏਗੀ, ਇਹ ਕਹਿੰਦਾ ਨਾ। ਮਤਲਬ ਵੀ ਇਹਨੂੰ ਕਹਿੰਦੇ ਜਿੱਥੇ ਪ੍ਰਤੀਤ ਨਹੀਂ ਹੈ ਉੱਥੇ ਕੀ ਹੁੰਦਾ? ਨਿਰਾਦਰ। ਨਿਰਾਦਰ ਹੁੰਦਾ ਵੀ ਐਵੇਂ ਹੀ ਕਹਿ ਦਿੱਤਾ, ਪਤਾ ਨਹੀਂ ਐਵੇਂ ਵਿਸ਼ਵਾਸ ਵੀ ਸੱਚੀ ਹੋਣੀ ਹੈ ਗੱਲ ਕਿ ਨਹੀਂ ਹੋਣੀ। ਇਹਦਾ ਮਤਲਬ ਅਸੀਂ ਸਾਡੀ ਜਿਹੜੀ ਅੰਦਰ ਦੀ ਡੋਲਦੀ ਹੋਈ ਭਾਵਨਾ ਉਹ ਨਿਰਾਦਰ ਕਰ ਰਹੀ ਹੈ ਗੁਰੂ ਦਾ। ਹੇ ਸੱਚੇ ਪਾਤਸ਼ਾਹ ਅਰਜ਼ੋਈ ਕਰਿਓ ਜੀ, ਹੇ ਦਾਤਾ ਜੀ, ਹੇ ਸਤਿਗੁਰੂ ਗਰੀਬ ਨਵਾਜ਼ ਜੀ, ਸਾਡੇ ਸਿਰ ਤੇ ਹੱਥ ਰੱਖਿਓ, ਅਸੀਂ ਡੋਲੀਏ ਨਾ, ਸਾਡਾ ਨਿਸ਼ਚਾ ਪੱਕਾ ਹੋਵੇ। ਇਹ ਕੀ ਨੇ? ਦੁੱਖ ਸੁੱਖ ਬੜੀ ਛੋਟੀ ਜੀ ਚੀਜ਼ ਹੈ। ਇਹ ਕੀ ਹੈ? ਮੌਤ ਇੱਕ ਦਿਨ ਆ ਹੀ ਜਾਣੀ ਹੈ। ਇੰਨਾ ਸਿਦਕ ਦਿਓ। ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਮਾਂ ਗੁਜਰੀ ਜੀ, ਅਸੀਂ ਤੁਹਾਡੇ ਦਰ ਤੋਂ ਇਹ ਸਿਦਕ ਲੈ ਕੇ ਜਾਈਏ ਕਿ ਮੌਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਖੜੇ ਹੋਈਏ ਤੇ ਡੋਲੀਏ ਨਾ। ਡੋਲਣ ਤੇ ਰੱਖੋ ਪ੍ਰਭੂ, ਕਰਨੀ ਨਾ ਜੋਦੜੀ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ, ਡੋਲਣ ਤੇ ਨਾਨਕ ਦੇ ਕਰ ਹੱਥ। ਹੱਥ ਸਿਰ ਤੇ ਰੱਖੋ ਤੇ ਅਸੀਂ ਤੁਹਾਡੇ ਚਰਨਾਂ ਦੀ ਟੇਕ ਲੈ ਕੇ ਨਾ, ਜਾਚ ਸਿੱਖ ਕੇ ਤੁਹਾਡੇ ਚਰਨਾਂ 'ਚੋਂ ਡੋਲੀਏ ਨਾ ਪਾਤਸ਼ਾਹ। ਡੋਲ ਗਿਆ ਜੀ ਦੁਨੀ ਚੰਦ, ਘਬਰਾਇਆ ਹੋਇਆ, ਮਰਨ ਹੋ ਗਿਆ, ਚਿਹਰਾ ਜਰਦ ਹੋ ਗਿਆ, ਚਿੱਤ ਸੋਚਤ ਚਿੰਤਾ ਪਰ ਗਈ। ਮੌਤ ਆਈ ਨਹੀਂ ਹੈ ਤੇ ਮੌਤ ਦੇ ਆਉਣ ਤੋਂ ਪਹਿਲਾਂ ਹੀ ਮਰਿਆ ਹੋਇਆ। ਇਹਨੂੰ ਕਹਿੰਦੇ ਆ ਅਕਾਰਨ ਚਿੰਤਾ। ਅਜੇ ਕੁਝ ਨਹੀਂ ਵਿਗੜਿਆ, ਅਜੇ ਇੱਕ ਰਾਤ ਜਿਉ ਸਕਦਾ। ਚਲੋ ਜੇ ਆ ਵੀ ਜਾਣੀ ਹੋਏ ਸਵੇਰੇ ਤੇ ਅਜੇ ਕੁਝ ਘੜੀਆਂ ਤੇਰੇ ਕੋਲ ਚੱਜ ਨਾਲ ਜੂਣ ਜੋਗੀਆਂ ਹੈਗੀਆਂ, ਜਿਉ ਲੈ, ਜਦੋਂ ਆਏਗੀ ਵੇਖੀ ਜਾਏਗੀ। ਪਰ ਬੇਪਰਤੀਤਾ ਬੰਦਾ, ਕਮਜ਼ੋਰ ਬੰਦਾ, ਬੁਜ਼ਦਿਲ ਮਨੁੱਖ, ਅਜੇ ਕੁਝ ਘੰਟੇ ਹੈਗੇ। ਮੈਂ ਇੱਕ ਗਾਥਾ ਪੜ੍ਹੀ ਸੀ, ਕਹਿੰਦੇ
मतलब सिੱਖਿਆ ਸੀ ਵੀ ਮਨੁੱਖ ਦੇ ਅੰਦਰ ਚੜ੍ਹਦੀ ਕਲਾ ਹੋਵੇ ਤੇ ਜੀਵਿਆ ਜਾ ਸਕਦਾ, ਆਖਰੀ ਸਾਹ ਤੱਕ ਵੀ ਚੰਗੀ ਤਰ੍ਹਾਂ ਜੀਵਿਆ ਜਾ ਸਕਦਾ। ਤੇ ਉਹ ਲਿਖਿਆ ਕਹਿੰਦੇ ਕੋਈ 100 ਮੰਜ਼ਲੀ ਇਮਾਰਤ ਤੋਂ ਮਨੁੱਖ ਡਿੱਗ ਪਿਆ, ਸਿਖਰ ਤੋਂ ਉੱਪਰੋਂ ਡਿੱਗਿਆ, ਧਰਤੀ ਵੱਲ ਆ ਰਿਹਾ। ਹੁਣ ਜੇ ਮੰਨ ਲਓ 10-10 ਫੁੱਟ 12-12 ਫੁੱਟ ਦੇ ਵੀ ਉਹ ਹੋਣ ਕਮਰੇ ਹੋਣ ਤੇ 1200 ਫੁੱਟ ਉੱਪਰੋਂ ਡਿੱਗ ਪਿਆ। ਤੇ ਕਿਸੇ ਨੇ ਸਿਰਫ ਸਮਝਣ ਵਾਸਤੇ ਸੀ, ਕਹਿੰਦੇ ਰਸਤੇ 'ਚ ਖਿੜਕੀ ਹੈ ਤੇ ਕੋਈ ਮਨੁੱਖ ਵੇਖ ਰਿਹਾ, ਉਹ ਪੁੱਛਦਾ ਕਿਵੇਂ ਆ, ਕਹਿੰਦਾ ਅਜੇ ਤੱਕ ਠੀਕ ਆ, ਜਦੋਂ ਹੇਠਾਂ ਜਾਵਾਂਗਾ ਵੇਖੀ ਜਾਏਗੀ। ਇਹਨੂੰ ਕਹਿੰਦੇ ਆ ਸੋਚ ਦਾ ਪੋਜ਼ਿਟਿਵ ਹੋਣਾ। ਅਜੇ ਤੇਰੇ ਕੋਲ ਰਾਤ ਹੈ, ਜੇ ਅੰਤੀ ਹੈ ਤੇ ਕੋਈ ਗੱਲ ਨਹੀਂ, ਸਵੇਰੇ ਵੇਖੀ ਜਾਊ ਬਈ। ਪਰ ਚਿੰਤਾ ਦੇ ਵਿੱਚ ਦੁਨੀ ਚੰਦ ਡੁੱਬਿਆ, ਨੀਂਦ ਉੱਡ ਗਈ। ਸੌਂ ਸਕਦਾ ਸੀ ਭਲਾ ਜੀ ਰਾਤ, ਸੌਂ। ਅੱਜ ਮਹਾਰਾਜ ਨੇ ਪਤਾ ਕੀ ਕਿਹਾ, ਹੁਕਮ ਪੜਿਆ, ਮਨਮੁਖ ਭਰਮੈ, ਮਨਮੁਖ ਭਰਮੈ ਸਹਿਸਾ ਹੋਵੈ, ਅੰਤਰ ਚਿੰਤਾ ਨੀਂਦ ਨਾ ਸੋਵੈ। ਨੀਂਦ ਨਾ ਸੋਵੈ, ਇਹ ਕੋਈ ਵੀ ਨਹੀਂ ਜਿਹਨਾਂ ਕੋ ਭਰੋਸਾ। ਤਿਨ ਡਰ ਸੱਟ ਘੱਤਿਆ, ਗੁਰਮਤੀ ਦੇਵੈ ਆਪ ਗੁਰਮੁਖਾਰ ਜਪਿਆ। ਉਹ ਮਾਰਿਆ ਡਰ ਵਗਾ ਕੇ ਕੋ ਵੀ ਸਨ। ਤੇ ਇੱਕ ਮਨਮੁਖ ਭਰਮੈ ਸਹਿਸਾ ਹੋਵੈ, ਹਾਏ ਸਹਿਮ ਡਰਿਆ ਹੋਇਆ, ਅੰਤਰ ਚਿੰਤਾ ਨੀਂਦ ਨਾ ਸੋਵੈ। ਤੇ ਇੱਕ ਇੱਕ ਗੱਲ ਕਿਸੇ ਦੂਜੇ ਪਾਤਰ ਵਾਸਤੇ ਨਹੀਂ, ਇਹ ਇਸੇ ਆਪਣੇ ਨਿੱਜ ਉੱਤੇ ਵੇਖ, ਫਿਰ ਸ਼ਾਇਦ ਤੈਨੂੰ ਬਾਹਰ ਨਾ ਵੇਖਣਾ ਪਵੇ। ਸੁਰਤ ਅੰਤਰਮੁਖੀ ਹੋ ਕੇ ਆਪਣਾ ਆਪ ਫਰੋਲਣ ਲੱਗ ਪਏਗੀ ਕਿ ਮੈਂ ਕਿੱਥੇ ਸਟੈਂਡ ਕਰ ਰਿਹਾ। ਦੁਨੀ ਚੰਦ ਨਹੀਂ ਸੌਂ ਸਕਿਆ, ਚਿੰਤਾ ਦੇ ਸਮੁੰਦਰ ਵਿੱਚ ਗੋਤੇ ਖਾ ਰਿਹਾ ਹੈ। ਅੰਧੇਰੀ ਨਿਸ ਪ੍ਰਾਪਤ ਭਈ, ਰਾਤ ਹਨੇਰੀ ਸੁੰਨਸਾਨ ਵਰਤੀ ਹੋਈ, ਘੇਰਾ ਚੁੱਕਿਆ ਗਿਆ, ਫੌਜ ਇੱਕ ਜਗ੍ਹਾ ਇਕੱਠੀ ਕਰ ਲਈ ਹੈ। ਤੇ ਜੇ ਹੁਣ ਸਾਰਿਆਂ ਦੇ ਅੰਦਰ ਇਦਾਂ ਦੀ ਬੇਪ੍ਰਤੀਤੀ ਹੁੰਦੀ, ਉਹ ਕਹਿੰਦੇ ਜੀ ਘੇਰਾ ਚੁੱਕਿਆ ਗਿਆ, ਰਾਤ ਭੱਜ ਜੀਏ, ਕਿਲਾ ਛੱਡ ਦਈਏ। ਸਾਰਿਆਂ ਦੇ ਅੰਦਰ ਕੀ ਹੈ, ਨਿਸ਼ਚਾ ਵੀ ਮੇਰੇ ਗੁਰੂ ਦੇ ਹੱਥ ਵਿੱਚ ਆ, ਸਤਿਗੁਰ ਮੇਰਾ ਮਾਰਜਵਲ ਹੈ, ਸਤਿਗੁਰ ਮੇਰਾ ਸਰਬ ਪ੍ਰਤਪਾਲ ਹੈ। ਦੁਨੀ ਚੰਦ ਤੇ ਗਿਆ, ਖਾਨਿਓਂ ਗਈ ਇਹਦੀ ਤੇ ਰਾਤ ਹਨੇਰੀ ਸੀ, ਸਾਂ ਕਰਦੀ ਰਾਤ। ਚਾਰੇ ਪਾਸੇ ਜਿਹੜਾ ਪਿਆ ਹੋਇਆ ਘੇਰਾ ਸੀ ਦੁਸ਼ਮਣ ਦਲ ਦਾ, ਉਹ ਚੁੱਕਿਆ ਜਾ ਚੁੱਕਾ ਹੈ। ਚਿਤਵੈ ਜਤਨ ਬਚਾਉ ਕਿਸ ਦਾਏ। ਹੁਣ ਸੋਚੀ ਪੈ ਗਿਆ ਵੀ ਮਨਾ ਸਵੇਰੇ ਤੇ ਮਰਨਾ ਯਕੀਨੀ ਆ ਨਾ। ਜਦੋਂ ਮੈਂ ਹਾਥੀ ਦੇ ਸਾਹਮਣੇ ਜਾਵਾਂਗਾ, ਹਾਥੀ ਵੀ ਵੱਡਾ ਬਲਕਾਰੀ ਤੇ ਉੱਪਰੋਂ ਮੱਧ ਵਿੱਚ ਮਸਤ, ਸਵੇਰੇ ਤੇ ਮਰਨਾ ਯਕੀਨੀ ਆ। ਤੇ ਕੋਈ ਦਾ ਖੇਡਾਂ, ਕੋਈ ਹੀਲਾ ਕਰਾਂ ਜਿਹਦੇ ਨਾਲ ਮੇਰੀ ਜਾਨ ਬਚ ਜਾਏ। ਹੁਣ ਹੀਲਾ ਕੀ ਹੈ ਵੀ ਭੱਜ ਜਾ ਰਾਤ, ਆਹੀ ਹੀਲਾ ਸੀ। ਸਤਿਗੁਰੂ ਜੀ ਨੇ ਕਹਿ ਦਿੱਤਾ ਹੈ, ਗੁਰੂ ਦੇ ਬਚਨ ਤੇ ਭਰੋਸਾ ਨਹੀਂ ਹੈ ਵੀ ਸਵੇਰੇ ਮੈਂ ਲੜ ਸਕਾਂਗਾ। ਸੋਚਦਾ ਵੀ ਮੈਂ ਕੱਲ ਆਉਣ ਵਾਲੀ ਆਫਤ ਤੋਂ ਕਿਵੇਂ ਬਚ ਜਾਵਾਂ। ਰਾਤ ਹੋਤ ਮੁਝ ਦੇ ਚਿਰਵਾਏ, ਮੈਨੂੰ ਤੇ ਚੀਰ ਕੇ ਰੱਖ ਦੇਗਾ ਹਾਥੀ ਜੀ। ਤੜਕਸਾਰ ਮੇਰੇ ਤੇ ਜਿਸਮ ਦੇ ਚਿਥੜੇ ਉਡਾ ਦੇਗਾ ਹਾਥੀ। ਕਿਸੇ ਵੀ ਸੂਰਤ ਵਿੱਚ ਮੈਂ ਬਚ ਨਹੀਂ ਸਕਦਾ। ਇਹ ਚੰਦ ਘੜੀਆਂ ਮੇਰੀ ਜ਼ਿੰਦਗੀ ਦੀਆਂ ਮੇਰੇ ਕੋਲ ਨੇ, ਮੈਂ ਚਾਹਾਂ ਜੇ ਜ਼ਿੰਦਗੀ ਬਚਾਉਣੀ ਤੇ ਇੱਥੋਂ ਨਿਕਲ ਜਾਵਾਂ। ਇਵੇਂ ਦੁਨੀ ਚੰਦ ਬੇਪ੍ਰਤੀਤਾ ਸੋਚਣ ਲੱਗਾ। ਜਾਮਨ ਵੇਖਿਆ ਕਛੂ ਬਨ ਆਵੇ। ਹਾਂ, ਰਾਤ ਹੀ ਹੈ ਸਿਰਫ, ਜਾਮਨ ਕਹਿੰਦੇ ਰਾਤ ਨੂੰ। ਜੇ ਮੈਂ ਕੋਈ ਕਰ ਸਕਦਾ ਹੀਲਾ ਵਸੀਲਾ ਤੇ ਜਾਮਨ ਵੇਖਿਆ ਕਛੂ ਬਣ ਆਵੇ, ਸਿਰਫ ਇੱਕ ਰਾਤ ਹੀ ਹੈ ਮੇਰੇ ਕੋਲ। ਇਸ ਰਾਤ ਵਿੱਚ ਹੀ ਕੁਝ ਕਰ ਸਕਦਾ, ਸਵੇਰੇ ਤੇ ਅੰਤ ਹੋ ਜਾਣਾ। ਸਵੇਰੇ ਤੇ ਜ਼ਿੰਦਗੀ ਖਤਮ ਹੈ ਮੇਰੇ ਕੋਲ। ਆਹੀ ਇੰਨਾ ਕੁ ਸਮਾਂ ਹੈ ਮੇਰੇ ਕੋਲ। ਹੁਣ ਜਿਹੜੇ 3 ਕੁ ਪੈਰ ਹੈਗੇ ਆ, ਇਹਦੇ ਵਿੱਚ ਹੀ ਮੈਂ ਕੁਝ ਕਰ ਸਕਦਾ ਹਾਂ। ਜੇ ਸ੍ਰੀ ਗੁਰੂ ਨਾਨਕ ਪ੍ਰਾਣ ਬਚਾਵੇ। ਹਾਂ, ਇਹਦੇ ਵਿੱਚ ਹੀ ਆ ਬਸ ਸਮਾਂ। ਜੇ ਮੈਂ ਗੁਰੂ ਨਾਨਕ ਦੀ ਕਿਰਪਾ ਨਾਲ ਬਚ ਕੇ ਚਲੇ ਜਾਵਾਂ, ਨਹੀਂ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਮਰਵਾ ਦੇਣਾ ਮੈਨੂੰ। ਬੇਪ੍ਰਤੀਤੀ ਇਹਨੂੰ ਕਹਿੰਦੇ ਸਾਧ ਸੰਗਤ। ਆ 8-9 ਘੰਟੇ ਆ, ਇਹਦੇ ਵਿੱਚ ਹੀ ਮੈਂ ਕੋਈ ਹੀਲਾ ਕਰ ਲਵਾਂ। ਚਲੋ ਪਲਾਇਨ ਹੋਵੇ ਨਿਜ ਦਵੇਸ਼, ਨਿਜ ਦੇਸ਼। ਚਲੋ ਪਲਾਇਨ, ਮੈਂ ਭੱਜ ਜਾਵਾਂ ਤੇ ਆਪਣੇ ਦੇਸ਼ ਮਾਝੇ ਵਿੱਚ ਚਲਿਆ ਜਾਵਾਂ। ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਰਹਿਣ ਵਾਲਾ ਸੀ।
ਭਾਈ ਸਾਲੋ ਜੀ ਦਾ ਟਿਕਾਣਾ ਅੱਜ ਵੀ ਉੱਥੇ ਬਣਿਆ ਹੋਇਆ, ਉੱਥੇ ਨੇੜੇ ਰਿਹਾਇਸ਼ ਸੀ ਇਹਨਾਂ ਦੀ, ਧਰਮਸ਼ਾਲਾ ਭਾਈ ਸਾਲੋ ਜੀ ਦੀ ਬਣੀ ਹੋਈ ਸੀ। ਸੋ ਦੁਨੀ ਚੰਦ ਕਹਿੰਦਾ ਵੀ ਇੱਥੋਂ ਨਿਕਲ ਕੇ ਆਪਣੇ ਇਲਾਕੇ ਵਿੱਚ ਚਲਿਆ ਜਾਵਾਂ, ਬਚਵੇ ਯਤਨ ਔਰ ਵਿਸ਼ੇਸ਼। ਹੋਰ ਕੋਈ ਯਤਨ ਨਹੀਂ ਲੱਭ ਰਿਹਾ ਜਿਹਦੇ ਨਾਲ ਮੈਂ ਬਚ ਸਕਾਂ। ਬਚਵੇ ਯਤਨ ਨਾ ਔਰ ਵਿਸ਼ੇਸ਼, ਹੋਰ ਕੋਈ ਹਿੱਲਾ ਕੋਈ ਉਦਮ ਨਹੀਂ ਹੈ ਜਿਹਦੇ ਨਾਲ ਮੇਰਾ ਬਚਾਅ ਹੋ ਸਕੇ। ਸਰਬ ਸਿੰਘ ਧੀ ਹੈ ਦੁਖਵੰਤੇ। ਅੱਛਾ, ਇੱਕ ਗੱਲ ਹੁਣ ਆ ਨੋਟ ਕਰਿਓ ਹੋਰ, ਆ ਜਿਹੜਾ ਬੋਲਾ ਬਚਨ ਆਇਆ ਨਾ, ਸਰਬ ਸਿੰਘ ਭੀ ਹੈ ਦੁਖਵੰਤੇ। ਮਨੁੱਖ ਦੀ ਇੱਕ ਫਿਤਰਤ ਹੈ, ਉਹਦੇ ਜਿੱਦਾਂ ਦੀ ਆਪਣੀ ਸੋਚ ਹੁੰਦੀ ਹੈ ਨਾ, ਉਹੀ ਐਨਕਾਂ ਨਾਲ ਦੁਨੀਆ ਨੂੰ ਵੇਖਦਾ। ਜਿਹੜਾ ਲੋਭੀ ਹੈ ਉਹ ਸੋਚਦਾ ਸਾਰੇ ਲੋਭੀ ਨੇ, ਜਿਹਨੂੰ ਕਹਿੰਦੇ ਨਾ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਜਿਹੜਾ ਬੰਦਾ ਆਪ ਬੇਈਮਾਨ ਹੈ ਉਹਨੂੰ ਲੱਗਦਾ ਸਾਰਾ ਜੱਗ ਬੇਈਮਾਨ ਹੈ। ਇੱਕ ਕਹਾਵਤ ਸੁਣਦੇ ਹਾਂ ਵੀ ਦੁਰਯੋਧਨ ਨੂੰ ਕੋਈ ਦੁਨੀਆ ਤੇ ਚੰਗਾ ਨਹੀਂ ਲੱਭਿਆ, ਦੁਨੀਆ ਉਹੀ ਹੈ, ਤੇ ਯੁਧਿਸ਼ਠਰ ਨੂੰ ਧਰਮ ਪੁੱਤਰ ਕਹਿੰਦੇ ਸੀ, ਉਹਨੂੰ ਕੋਈ ਬੁਰਾ ਨਹੀਂ ਲੱਭਿਆ। ਮਤਲਬ ਕੀ ਹੈ ਸਮਝਾਉਣ ਦਾ, ਵੀ ਜਗਤ ਉਹੀ ਹੈ, ਤੇ ਜਿੱਦਾਂ ਦੀ ਨਜ਼ਰ ਦੇ ਨਾਲ ਕੋਈ ਵੇਖਦਾ ਉੱਦਾਂ ਦਾ ਹੀ ਉਹਨੂੰ ਸੰਸਾਰ ਲੱਗਦਾ। ਚੋਰ ਨੂੰ ਰੋਗੀ ਕਹਿ ਭਾਣਾ, ਸਭ ਰੋਗੀ ਹੈ ਨਾ, ਉਹਨੂੰ ਲੱਗ ਰਿਹਾ ਵੀ ਮੇਰੇ ਵਰਗਾ ਹੀ ਹੈ ਸਾਰਾ ਸੰਸਾਰ। ਦੁਨੀ ਚੰਦ ਨੂੰ ਇੱਕ ਯਕੀਨ ਹੋ ਗਿਆ ਵੀ ਜਿਵੇਂ ਮੈਂ ਜੀ ਭਿਆਣਾ ਫਸਿਆ ਹੋਇਆ, ਤੇ ਜਿੰਨੇ ਸਿੰਘ ਨੇ ਅੰਦਰ ਇਹ ਵੀ ਘੇਰੇ ਵਿੱਚ ਨੇ, ਦੁਸ਼ਮਣ ਦਾ ਦਲ ਬੜਾ ਵੱਡਾ ਹੈ, ਤੇ ਮੇਰੇ ਵਾਂਗੂ ਅੰਦਰੋਂ ਸ਼ਾਇਦ ਇਹ ਵੀ ਡਰੇ ਹੋਏ ਨੇ, ਮੂੰਹੋਂ ਨਹੀਂ ਕਹਿ ਰਹੇ। ਫਿਰ ਮੈਂ ਬੇਨਤੀ ਕਰਦਾ, ਮਨੁੱਖ ਨੂੰ ਐਂ ਲੱਗਦਾ ਜਿਵੇਂ ਦਾ ਮੈਂ ਆ ਉਵੇਂ ਦਾ ਹੀ ਚੰਗਿਆਂ ਨੂੰ ਐਂ ਹੀ ਲੱਗਦਾ। ਸਾਧੂ ਮਹਾਤਮਾ ਜਿਹੜੇ ਧਰਮੀ ਨੇਕ ਪੁਰਖ ਨੇ ਉਹ ਕਹਿੰਦੇ ਸਾਰਾ ਜਗਤ ਹੀ ਨੇਕ ਹੈ, ਉਹ ਸਾਰਿਆਂ ਤੇ ਵਿਸ਼ਵਾਸ ਕਰ ਲੈਂਦੇ। ਜਿਹੜਾ ਬੇਈਮਾਨ ਆ ਉਹ ਹਰੇਕ ਨੂੰ ਸ਼ੱਕ ਨਾਲ ਵੇਖਦਾ, ਉਹਦੀ ਆਪਣੀ ਬਿਰਤੀ ਹੁੰਦੀ ਹੈ, ਜਿਸ ਤਰ੍ਹਾਂ ਦੀ ਦ੍ਰਿਸ਼ਟੀ ਹੁੰਦੀ ਹੈ ਉੱਦਾਂ ਦੀ ਸ੍ਰਿਸ਼ਟੀ ਨਜ਼ਰ ਆਉਂਦੀ ਹੈ। ਤੋ ਦੁਨੀ ਚੰਦ ਦੇ ਅੰਦਰ ਇੱਕ ਫੁਰਨਾ ਆਇਆ ਵੀ ਜੇ ਮੈਂ ਡਰਿਆ ਹੋਇਆ ਤੇ ਮੈਂ ਆਪਣੇ ਅੰਦਰ ਹੀ ਅੰਦਰ ਘਬਰਾਇਆ, ਬਾਕੀ ਸਿੱਖ ਵੀ ਮੌਤ ਤੋਂ ਡਰੇ ਹੋਣਗੇ, ਕਿਉਂਕਿ ਜੇ ਰਹਿਣਾ ਮੈਂ ਨਹੀਂ ਤੇ ਉਸ ਹਾਥੀ ਨੇ, ਉਸ ਮੁਸੀਬਤ ਨੇ ਛੱਡਣਾ ਬਾਕੀਆਂ ਨੂੰ ਵੀ ਨਹੀਂ ਹੈ। ਤੇ ਕਿਉਂ ਨਾ ਮੈਂ ਕੱਲੇ ਕੱਲੇ ਨਾਲ ਗੱਲ ਕਰਦਾ ਵੀ ਆਓ ਚੱਲੀਏ, ਨਿਕਲ ਚੱਲੀਏ, ਗੁਰੂ ਗੋਬਿੰਦ ਸਿੰਘ ਜੀ ਸਾਰਿਆਂ ਨੂੰ ਨਾ ਮਰਵਾ ਦੇਣ ਕਿਤੇ। ਇੱਦਾਂ ਦੀ ਸੋਚ ਆਈ। ਸਰਬ ਸਿੰਘ ਭੀ ਹਵੈ ਹੈ ਦੁਖਵੰਤੇ, ਮੈਂ ਇਕੱਲਾ ਨਹੀਂ ਇੱਦਾਂ ਡਰਿਆ ਦੁਖੀ, ਬਾਕੀ ਵੀ ਸਿੰਘ ਆਉਣ ਵਾਲੀ ਆਫਤ ਤੋਂ, ਆਉਣ ਵਾਲੀ ਮੁਸੀਬਤ ਤੋਂ ਦੁਖੀ ਹੋਣਗੇ। ਕਹੂੰ ਸਬਣ ਜੇ ਸਾਥ ਚਲੰਤੇ। ਮੈਂ ਕਹਿ ਕੇ ਵੇਖ ਲਵਾਂ, ਬਾਕੀਆਂ ਨੂੰ ਵੀ ਨਾਲ ਲੈ ਜਾਵਾਂ। ਡੁੱਬਣ ਵਾਲਾ ਸੋਚਦਾ ਮੈਂ ਇਕੱਲਾ ਕਿਉਂ ਡੁੱਬਾਂ, ਸਾਰਿਆਂ ਨੂੰ ਨਾਲ ਲੈ ਕੇ ਡੋਬਦਾ। ਪਰਉਪਕਾਰੀ ਸੋਚਦਾ ਵੀ ਮੈਂ ਇਕੱਲਾ ਕਿਉਂ ਤਰਾਂ, ਬਾਕੀਆਂ ਦਾ ਵੀ ਭਲਾ ਹੋ ਜੇ। ਨੇਕ ਪੁਰਖ ਸੋਚਦਾ ਜਿਨੀ ਨਾਮ ਧਿਆਇਆ, ਉਹ ਕੀ ਸੋਚਦੇ ਨੇ ਵੀ ਮੈਂ ਅਸੀਂ ਚੱਲੇ ਆ ਤੇ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਦੁਨੀ ਚੰਦ ਕਹਿੰਦਾ ਵੀ ਰੰਗਤ ਤੇ ਹੁਣ ਵੇਖੋ ਹੁੰਦੀ ਹੈ ਨਾ ਜੀ, ਇਹਨੂੰ ਕਹਿੰਦੇ ਆ ਵਿਚਾਰਾਂ ਦੀ ਰੰਗਤ ਦੂਜਿਆਂ ਤੇ ਚਾੜਨੀ। ਆਪਣੀ ਵਾਲੀ ਰੰਗ ਵਿੱਚ ਦੂਜਿਆਂ ਨੂੰ ਵੀ ਰੰਗਣਾ ਚਾਹੁੰਦਾ ਵੀ ਚਲੋ ਚਲੀਏ ਇੱਥੋਂ, ਸਵੇਰੇ ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਨੂੰ ਸਾਰਿਆਂ ਨੂੰ ਮਰਵਾ ਦੇਣਾ। ਜੇ ਤੁਸੀਂ ਮੈਨੂੰ ਬਚਾਅ ਦਾ ਸਾਧਨ ਸੋਚਦੇ ਹੋ, ਮੇਰੀ ਪਹਿਲਾਂ ਵਾਰੀ ਆਉਣੀ ਹੈ ਤੇ ਬਾਕੀ ਵੀ ਨਹੀਂ ਰਹਿਣੇ। ਤੇ ਸੋਚਦਾ ਸਾਰੇ ਮੌਤ ਤੋਂ ਡਰੇ ਹੋਣਗੇ, ਵਾਰੀ ਸਾਰਿਆਂ ਦੀ ਆ ਜਾਣੀ ਹੈ। ਇਸ ਵਾਸਤੇ ਮੈਂ ਸਾਰੇ ਸਿੰਘਾਂ ਨੂੰ ਸਮਝਾਉਂਦਾ ਹਾਂ। ਪੂਰਮ ਦਇਆ ਸਿੰਘ ਕੇ ਪਾਸ। ਸਭ ਤੋਂ ਪਹਿਲਾਂ ਦੁਨੀ ਚੰਦ ਕਿੱਥੇ ਗਿਆ ਜੀ? ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦੇ ਕੋਲ, ਜਿਨ੍ਹਾਂ ਨੇ ਮੌਤ ਵਿੱਚੋਂ ਜ਼ਿੰਦਗੀ ਪਾਈ ਸੀ। ਸਤਿਗੁਰੇ ਆਗਿਆ ਸੀਸ ਭੇਟ ਦਿਓ ਜੇ ਸਤਿਗੁਰ ਸੱਚੇ ਭਾਵੈ। ਜਿਨ੍ਹਾਂ ਨੇ ਸੌਦਾ ਕੀਤਾ ਸੀ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਉਹਨਾਂ ਕੋਲ ਗਿਆ ਦੁਨੀ ਚੰਦ, ਭਾਈ ਸਾਹਿਬ ਭਾਈ ਦਇਆ ਸਿੰਘ ਜੀ ਕੋਲੋਂ, ਜਿਨ੍ਹਾਂ ਨੇ ਇਸ ਪ੍ਰੇਮ ਦੀ ਗਲੀ ਵਿੱਚ ਪੈਰ ਰੱਖਣ ਤੋਂ ਪਹਿਲਾਂ ਇਹ ਪ੍ਰਣ ਕਰ ਲਿਆ ਸੀ ਕਿ ਸਿਰ ਤਲੀ ਤੇ ਆ ਪਾਤਸ਼ਾਹ, ਤੇਰੇ ਚਰਨਾਂ 'ਚ ਭੇਟ ਲੈ ਕੇ ਆ ਰਹੇ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮਰੀਆ। ਗਿਆ ਜੀ ਸਭ ਤੋਂ ਪਹਿਲਾਂ ਪੂਰਬ ਦਇਆ ਸਿੰਘ ਕੇ ਪਾਸ।
पूर्व मतलब सब तो पहला दुनी चंद अपनी विचार दे नाल सहमत करने वास्ते ना भी भज जाइए इत्थों, बेमुख हो जाइए गुरु साहब जी तो। सब तो पहला भाई साहब भाई दया सिंह जी दे कोल गया, पहुँचो करो बरतंत प्रकाश, जाके ते गल जी छेड़ी हौली हौली जी कि मैं जी एक गल करन आया, तुहाडे फायदे विच है, तुहाडे भले विच है, मैं नहीं चाहुंदा तुहाडा नुकसान होवे, विपता बड़ी वड्डी आ रही है। ते मतलब ये कहंदा सी भी गुरु साहब जी तुहाडा भला नहीं सोच रहे, मैं तुहाडा भला सोच रहा। ਜਿਹੜਾ ਬੰਦਾ ਇਹ ਮਸ਼ਵਰਾ ਦਿੰਦਾ ਨਾ ਵੀ ਗੁਰੂ ਦੇ ਰਾਹ ਤੋਂ ਬੇਮੁਖ ਹੋ ਜਾ, ਆ ਮੇਰੇ ਨਾਲ ਸੱਜਣਾ, ਜਿਹੜੇ ਰਾਹ ਤੇ ਮੈਂ ਤੁਰਿਆ ਉਧਰ ਤੁਰ, ਇਹਦਾ ਮਤਲਬ ਹੁੰਦਾ ਉਹ ਸੱਜਣ ਨਹੀਂ ਆ, ਉਹ ਦੁਸ਼ਮਣ ਹੈ ਤੁਹਾਡਾ। ਵੀ ਜਿੱਦਾਂ ਮੈਂ ਕਰਨ ਲੱਗਾ ਨਾ ਮੇਰੇ ਪਿੱਛੇ ਤੁਰ, ਗੁਰੂ ਦੇ ਪਿੱਛੇ ਕਿਉਂ ਤੁਰੇਗਾ? ਨਹੀਂ ਭਾਈ, ਸਿੱਖ ਦਾ ਕੀ ਧਰਮ ਹੈ? ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾ, ਉਹ ਗੁਰੂ ਦੇ ਹੁਕਮ 'ਚ ਚੱਲਦਾ। बड़े सलाहां देणगे, अज भी तुहानूं मिलणगे, चल चल मेरे नाल चल के वेख। नशियां वाला कहेगा नशियां वाले पासे तुर, कर्मकांड वाला कहेगा मेरे वाले पासे तुर, वखरे वखरे पखंडियां दे चुगल च फसे कहणगे मेरे वाले बाबे को चल। पर प्रतीत वाला की कहंदा है? नहीं भाई, तुम्हें छाड़ कोई अवर ना त्याओ। अज भी इदां ही हुंदा साध संगत। तो दुनी चंद जाके कहंदा भी जिवें मैं कहंदा ना उदां मन्नो, मतलब भी तुहानूं गुरु साहब ने मरवा देना, मैं तुहाडा भला करदा। जे तुसी गुरु साहब दा राह छड्ड के मेरे आखे कुराहे तुरोगे फिर तुहाडा भला होएगा। ये कदी हो सकदा जी ऐसा? ताइयों ही महाराज ने कहा भी वो सज्जन नहीं हुंदा जिहड़ा तुहानूं गुरमत तो तोड़ के मनमत वाले पासे लैके जाए, वो सज्जन नहीं, तुहाडा दुश्मन है। सिख वास्ते सज्जन कौन है? जांकै दरस पाप कोट उतारे, भेटत संग यह भव जल तारे, ओए साजन ओए मीत प्यारे, ओए साजन ओए मीत प्यारे, साजन ओए मीत प्यारे, ओए साजन ओए मीत प्यारे, जो हमको हर नाम चितारे, जो हमको हर नाम चितारे, नाम चितारे, जो हमको हर नाम चितारे। सिख दा ते उही सज्जन है ना जी जिन्हां मिलिया तेरा नाम चेते आवे। दुनी चंद भाई साहब भाई दया सिंह जी, वेखो जे भाई साहब भाई दया सिंह जी वर्गियां कोल कलयुग आ जांदा भी आओ गुरु दा राह छड्ड दो, ते असीं किहदे पानी हारन? कलयुग ही वरत रहा ना एक तरह का, कोई सिंग ला के थोड़ा होना। मतलब माड़ा समा आ गया, काला दौर आ गया, की आके कह रहा है कुसंगी भी आ गुरु गोबिंद सिंह सच्चे पातशाह जी का जिन्हों के सन्मुख सीस भेट दे के सिक्खी लई सी, उन्हों का दर छड्ड दे ते मेरे नाल चल, मैं तैनूं जिंदगी दवावांगा। जे उन्हों के उत्ते कलयुग वरत सकता तो असीं की चीज़ हाँ जी? ਇਹਦਾ मतलब आएगा साडे कोल भी, पर गुरु अगे अरदास करिए कि हे सच्चे पातशाह हाथ दे राखै अपने को, हाथ दे के ना हमरी करो हाथ दे रच्छा, ये अरदास करिए भी उन्होंने तो व्याप सकता, साडे ते नहीं व्यापेगा, भावें कोई रूप बना के आ जाए भी आ गुरु तो बेमुख हो जा। भाई साहब भाई दया सिंह जी नूं जाके दुनी चंद कहंदा है कहाँ करी गुरु रण की कार। कहते गुरु साहब ने की किया, वेखो ना मैदाने जंग च मरवाउण दा प्रबंध कर लिया। आ जंग जुंग वाले काम किते गुरुआं दे ने। जुल्म दे विरुद्ध डटना, मजलूमां दी राखी करनी, जाबर हाकमां नूं वंगारना, किसी का खून चूसदियां जोकां नूं भाजना पाउणियां, टाकरा करना, डिग्गियां लताड़ियां कुचलियां होयां नूं दब्बियां होयां नूं उच्चियां चुकना, स्वैमान देना, मरदियां दे मूँह विच पानी पाना, जिंदगी देनी। कहंदा ये काम गुरु दा। एवें मैदाने जंग हुकूमतां नाल लड़ के की लैणा जी, किसी गुफा च बैठ के नाम जपो। अज भी तुहानूं बड़े मिलणगे ऐसे, छड्डो जी असीं की लैणा ये संघर्षां तो, असीं की लैणा सच दी गल तो। यही कारण है साध संगत, बहुत सारे
ਧਾਰਮਿਕ ਦਿਸਣ ਵਾਲੇ ਬੰਦੇ ਚੁੱਪ ਕਰ ਜਾਂਦੇ ਆ ਜਦੋਂ ਪਾਪ ਦਾ ਵਰਤਾਰਾ ਵਰਤਦਾ। ਇਹ ਜਿਹੜੀ ਧਰਤੀ ਹੈ ਨਾ, ਇਹ ਦੇਸ਼ ਦੀ, ਜਿਹਨੂੰ ਦਾਅਵਾ ਕਰਨ ਵਾਲੇ ਕਹਿੰਦੇ ਰਾਮ ਰਾਜ ਬਣਾਉਣਾ, ਇਹ ਪਾਪ ਤੇ ਜ਼ੁਲਮ ਦੀ ਨਗਰੀ ਬਣ ਗਈ ਹੈ। ਇੱਥੇ ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਇੱਥੋਂ ਧਰਮ ਪੰਖ ਕਰ ਉੱਡਰਿਆ, ਕੂੜ ਅਮਾਵਸ। ਅੱਜ ਵੀ ਉਹ ਦਸ਼ਾ, ਮਾਸੂਮ ਬੱਚੀ ਜ਼ਿੰਦਗੀ ਬਰਬਾਦ ਕਰਕੇ, ਉਹਦੀ ਕੁਕਰਮ ਕਰਕੇ ਜੀਭ ਵੱਢ ਦਿੱਤੀ, ਗਰਦਨ ਦੀ ਹੱਡੀ ਤੋੜਤੀ, ਲੱਕ ਦੀ ਹੱਡੀ ਤੋੜਤੀ, ਤੇ ਫਿਰ ਵਕਤ ਦੀ ਸਰਕਾਰ ਪਰਚਾ ਨਹੀਂ ਦਰਜ ਕਰਦੀ। ਮਾਂ ਪਿਓ ਨੂੰ ਕਮਰੇ 'ਚ ਬੰਦ ਕਰਕੇ ਅੱਧੀ ਰਾਤ ਨੂੰ ਜਬਰੀ ਉਸ ਬੱਚੀ ਦਾ ਸੰਸਕਾਰ ਕਰ ਦਿੱਤਾ ਜਾਂਦਾ। ਤੇ ਫਿਰ ਗੂੰਗਿਆਂ ਦੀ ਜ਼ੁਬਾਨ ਜਿਹੜੀ ਹੈ ਨਾ, ਜੀਭ ਉਸ ਬੱਚੀ ਦੀ ਵੱਡੀ ਸੀ, ਤੇ ਗੂੰਗੇ ਲੋਕ ਹੋ ਗਏ ਜਿਨ੍ਹਾਂ ਦਾ ਬੋਲਣਾ ਫਰਜ਼ ਬਣਦਾ ਸੀ। ਇੰਨਾ ਜ਼ੁਲਮ ਹੋਇਆ ਜਿਹਨੂੰ ਰਾਮ ਰਾਜ ਵਾਲੀ ਧਰਤੀ ਕਹਿ ਰਹੇ। ਤੇ ਜੇ ਕਿਤੇ ਗਾਂ ਦੀ ਪੂਛ ਤੋਂ ਦੀ ਕਿਤੇ ਕੋਈ ਸਾਈਕਲ ਲੰਘ ਜਾਂਦਾ ਨਾ, ਗਾਂ ਦੀ ਪੂਛ ਤੋਂ, ਫਿਰ ਬੰਦੇ ਮਰ ਜਾਣੇ ਸੀ, ਦੰਗੇ ਹੋ ਜਾਣੇ ਸੀ, ਕਤਲ ਹੋ ਜਾਣੇ ਸੀ। ਤੇ ਉਸ ਮਾਸੂਮ ਬੱਚੀ ਦੇ ਨਾਲ ਇਹ ਨਿਰਦੈਤਾ ਹੋਈ, ਵੱਡਿਆਂ ਵੱਡਿਆਂ ਦੀਆਂ ਜੀਭਾਂ ਬੰਦ ਹੋ ਗਈਆਂ। ਐਡਾ ਕਹਿਰ ਇਸ ਧਰਤੀ ਤੇ ਹੋ ਰਿਹਾ, ਫਿਰ ਨਹੀਂ ਬੋਲਦਾ ਕੋਈ। ਉਹ ਕਹਿੰਦੇ ਜੀ ਇਹ ਕਿਹੜਾ ਕੰਮਾਂ, ਅਸੀਂ ਤੇ ਸਾਧੂ ਸੰਤ ਮਹਾਤਮਾ ਹਾਂ। ਤੇ ਸਾਧੂ ਸੰਤ ਮਹਾਤਮਾਵਾਂ ਦਾ ਕੰਮ ਹੈ ਵੀ ਬਣੀਆਂ ਹੋਈਆਂ ਧਰਮ ਦੀਆਂ ਬਿਲਡਿੰਗਾਂ ਤੋੜਨੀਆਂ, ਕਿਉਂਕਿ ਅਦਾਲਤਾਂ ਬੈਠੀਆਂ ਨੇ, ਉਹਨਾਂ ਨੇ ਮਾਫ ਕਰ ਦੇਣਾ। ਕਿੱਡੇ ਕਿੱਡੇ ਕਹਿਰ ਹੋ ਰਹੇ ਜੀ। ਸਤਿਗੁਰੂ ਜੀ ਕੀ ਕਹਿੰਦੇ? ਹੁਣ ਦੁਨੀ ਚੰਦ ਕਹਿੰਦਾ ਇਹਨਾਂ ਦਾ ਕੀ ਕੰਮ ਸੀ ਲੜਾਈ, ਪਰ ਗੁਰੂ ਸਾਹਿਬ ਜੀ ਕੀ ਕਹਿੰਦੇ? ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਬੋਲ ਸੁ ਧਰਮੀੜਿਆ ਮੋਨ ਕਤ ਧਾਰੀ ਰਾਮ। ਕਹਿੰਦੇ ਚੁੱਪ ਕਿਉਂ ਹੈ? ਪਰ ਧਰਮੀ ਤੇ ਕਹਿੰਦਾ ਮੈਂ ਤੇ ਗੁਫਾ 'ਚ ਬਹਿ ਕੇ ਮਾਲਾ ਫੇਰਨੀ ਹੈ, ਮੇਰਾ ਥੋੜਾ ਕੰਮ ਹੈ। ਇਹ ਜ਼ੁਲਮ ਜ਼ਬਰ ਕਿਸੇ ਦੀ ਬੱਚੀ ਤੇ ਹੋ ਰਿਹਾ, ਕਿਸੇ ਦੀ ਧੀ ਤੇ ਹੋ ਰਿਹਾ। ਕਦੀ ਉਹ ਕਠੂਏ ਦੀ ਧਰਤੀ, ਕਦੀ ਉਹ ਹੈਦਰਾਬਾਦ ਦੀ ਧਰਤੀ। ਅੱਜ ਦਾ ਖੌਤੀ ਧਰਮੀ ਕਹਿੰਦਾ ਮੇਰਾ ਕੰਮ ਥੋੜੀ ਬੋਲਣਾ, ਸੱਚ ਮੈਂ ਬੋਲਾਂਗਾ ਤੇ ਫਿਰ ਦੁਖੀ ਹੋਵਾਂਗਾ, ਇਸ ਵਾਸਤੇ ਮੈਂ ਕੀ ਲੈਣਾ ਬੋਲ ਕੇ। ਇਹੀ ਗੱਲ ਕਹਿ ਰਿਹਾ ਇੱਥੇ ਦੁਨੀ ਚੰਦ। ਇਹਨੂੰ ਕੀ ਕਹਿੰਦੇ ਆ? ਦੁਨੀ ਚੰਦ ਵਾਲੀ ਬਿਰਤੀ, ਵੀ ਖਾਣ ਪੀਣ ਨੂੰ ਠੀਕ ਹੈ, ਬਾਕੀ ਮੇਰਾ ਕੰਮ ਨਹੀਂ ਹੈ ਵੀ ਮੈਂ ਧਰਮ ਤੇ ਪਹਿਰਾ ਦੇਵਾਂ। ਤੇ ਇਹ ਜਾ ਕੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੂੰ ਵੀ ਕਹਿੰਦਾ ਵੀ ਜੀ ਛੱਡੋ ਇਹ ਜੰਗ ਜੁੰਗ ਵਾਲਾ ਕੰਮ, ਕਿਹੜਾ ਗੁਰੂ ਸਾਹਿਬ ਨੇ ਛੇੜਿਆ ਹੋਇਆ, ਚਲੋ ਆਪਣੇ ਆਪ ਨੂੰ ਬਚਾ ਲਈਏ, ਗੁਰੂ ਸਾਹਿਬ ਨੂੰ ਛੱਡ ਦਿਓ, ਮੇਰੇ ਨਾਲ ਨਿਕਲ ਚੱਲੋ। ਸਿੱਖ ਸੰਗਤ ਨੇ ਪ੍ਰਤ ਬਹੁਗਾਰ। ਕਹਿੰਦਾ ਜੀ ਸਿੱਖ ਸੰਗਤ ਮਾਰ ਕੇ ਰੱਖ ਦੇਣੀ ਆ ਜੀ, ਸਿੱਖ ਸੰਗਤ ਗਾਲ ਦੇਣੀ ਆ ਇਹਨਾਂ ਨੇ ਤੇ ਸਿੱਖ ਸੰਗਤ ਦਾ ਰਹਿਣ ਕੁਛ ਨਹੀਂ ਦੇਣਾ ਜੀ, ਖਤਮ ਕਰਵਾ ਦੇਣੀ ਆ ਸਿੱਖ ਸੰਗਤ। ਮਨੁੱਖ ਇਸ ਹੱਦ ਤੱਕ ਚਲਿਆ ਜਾਂਦਾ ਹੈ ਕਿ ਉਹ ਕੱਲਾ ਆਪ ਹੀ ਨਹੀਂ ਡੁੱਬਦਾ, ਉਹ ਗੁਰੂ ਦੇ ਰਸਤੇ ਨੂੰ ਵੀ ਗਲਤ ਸਾਬਤ ਕਰਨ ਦਾ ਯਤਨ ਕਰਦਾ। ਦੁਨੀ ਚੰਦ ਦੀ ਬਿਰਤੀ ਇਹ ਬੋਲਦੀ ਹੈ, ਸਭਨ ਸੰਗ ਕਰ ਮਹਿਦ ਬਖੇਰਾ। ਸਭਨ ਸੰਗ ਕਹਿੰਦੇ ਸਾਰਿਆਂ ਨਾਲ ਹੀ ਲੜਾਈ ਪਾ ਲਈ, ਪਹਾੜੀ ਰਾਜਿਆਂ ਨਾਲ ਵੀ ਲੜਾਈ ਹੈ, ਵਜੀਦੇ ਨਾਲ ਵੀ ਲੜਾਈ ਹੈ, ਔਰੰਗਜ਼ੇਬ ਨਾਲ ਵੀ ਲੜਾਈ ਹੈ। ਹੁਣ ਸਾਧ ਸੰਗਤ ਜੀ, ਸੱਚ ਉਹਦੇ ਸਾਹਮਣੇ ਤੇ ਸਾਰੇ ਹੀ ਫਿਰ ਆ ਕੇ ਜਿਹੜੇ ਜ਼ਬਰ ਜ਼ੁਲਮ ਪਾਪ ਵਾਲੀਆਂ ਤਾਕਤਾਂ ਉਹ ਸਾਰੀਆਂ ਤਪਦੀਆਂ ਨੇ। ਤੇ ਜੇ ਅਸੀਂ ਡੰਗ ਟਪਾਉਣਾ ਫਿਰ ਠੀਕ ਹੈ, ਸਮੇਂ ਦੇ ਨਾਲ ਢਲ ਜਾਓ, ਜਿੱਦਾਂ ਦਾ ਸਮਾਂ ਆਇਆ ਉੱਦਾਂ ਦੇ ਬਣ ਕੇ। ਦੁਨੀ ਚੰਦ ਕਹਿੰਦਾ ਵੇਖੋ ਜੀ, ਗੁਰੂ ਸਾਹਿਬ ਨੇ ਸਾਰਿਆਂ ਦੇ ਨਾਲ ਹੀ ਟੱਕਰ ਲੈ ਲਈ ਹੈ। ਕਾਜ ਬਗਾਰਤ ਬੜਹੁ ਵਡੇਰਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿੰਦਾ ਕੰਮ ਵਿਗਾੜ ਦਿੱਤਾ ਗੁਰੂ ਸਾਹਿਬ, ਮੇਰੀ ਅਕਲ ਕਾਰਜ ਸਵਾਰਨ ਵਾਲੀ ਹੈ ਤੇ ਗੁਰੂ ਸਾਹਿਬ ਨੇ ਕਾਰਜ ਵਿਗਾੜ ਦਿੱਤਾ। ਇਦਾਂ ਬੁੱਧ ਪੁੱਠੀ ਪੈਂਦੀ ਹੈ ਸਾਧ ਸੰਗਤ, ਬਿਨਾਂ ਪ੍ਰਤੀਤ ਤੋਂ, ਬਿਨਾਂ ਪ੍ਰੀਤ ਤੋਂ। ਇੱਥੋਂ ਤੱਕ ਸ਼ਬਦ ਕਿਹਾ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਾਰਜ ਵਿਗਾੜ ਦਿੱਤਾ ਹੈ। ਹੋਤ ਪ੍ਰਾਤ ਕੋ ਧੋਏ ਹਾਥੀ। ਸਵੇਰੇ ਹਾਥੀ ਢੁੱਕੇਗਾ ਤੇ ਮੌਤ ਹੀ ਹੈ ਕਿ ਹਾਥੀ ਕਾਹਦਾ ਹੈ। ਨਾ ਮੈਂ ਬਚਣਾ ਜਿਹਨੂੰ ਸਾਹਮਣੇ ਕਰਨਾ, ਤੇ ਜਦੋਂ ਮੈਂ ਨਹੀਂ ਰਿਹਾ ਤੇ ਪਿੱਛੇ ਬਚਣਾ ਤੁਸੀਂ ਵੀ ਨਹੀਂ, ਕਿਉਂਕਿ ਹਾਥੀ ਦਾ ਮੁਕਾਬਲਾ ਬੰਦੇ ਕੀ ਕਰਨਗੇ। ਤੇ ਕੱਲ ਨੂੰ ਸਵੇਰ ਹੁੰਦਿਆਂ ਸਾਰ ਹਾਥੀ ਨੇ ਢੁੱਕ ਪੈਣਾ ਹੈ। ਲੱਖੋਂ ਸੁਪਟਨ ਆਜੁਦ ਸਾਥੀ। ਫਿਰ ਉਹਦੇ ਪਿੱਛੇ ਲੱਖਾਂ ਦੀ ਗਿਣਤੀ ਵਿੱਚ ਸਿਪਾਹੀ ਹਥਿਆਰ ਲੈ ਕੇ ਆ ਰਹੇ ਹੋਣਗੇ। ਅੱਗਿਓਂ ਹਾਥੀ ਦਰੜਦਾ ਤੁਰਿਆ ਜਾਏਗਾ, ਪਿੱਛੇ ਸਿਪਾਹੀ ਜਿਹੜੇ ਆ ਉਹ ਸਾਨੂੰ ਵੱਢਦੇ ਤੁਰੇ ਜਾਣਗੇ, ਇੱਕ ਵੀ ਸਿੱਖ ਨਹੀਂ ਬਚ ਸਕੇਗਾ। ਮੇਰੀ ਬਾਤ ਕਹਾਂ ਜੇ ਮਰਿਓ।
मेरी केड़ी गल है, मैं कल्ला थोड़ी मरना है। मेरी बात कहाँ जे मरियो। चलो जे तुसीं सोचते हो भी कल्ला दुनी चंद ने मरना है, मेरी केड़ी गल, चलो मैं जे मर भी जावांगा बचना तुसीं भी नहीं है। मतलब कि गुरु साहब जी के बचन जड़े ने ना उन्हां ते विश्वास नहीं है। दुनी चंद कहंदा ओ चतुराई वरतीए ते सारे बच के निकल जाइए। कतल सकल होवे हैं इम डरियो। मेरी केड़ी गल है, कहंदे सारे ही तुसीं कतल होवोगे। अब सब मिलकर मसरत कीजै। इस वास्ते गुरु गोबिंद सिंह महाराज नूं रहण दिओ ते असीं सारे मिल के सलाह करिए, कल्ले गुरु गोबिंद सिंह जी रह जाण, असीं निकल जाइए। अब सब मिल के मसलत कीजे। वेखो ठीक है, बंदे नूं जिंदगी बड़ी प्यारी हुंदी है ना, समा ते समय नालों भी प्यारी चीज़ है जिंदगी। जिंदगी विच समा बहुत कीमती है, पर समय नालों भी कीमती है जिंदगी, पर जिंदगी नालों भी कीमती है अणख। मनदे हां कि बहुत सारे लोग बाहां खड़ियां करके जाना बचाउंदे हुंदे आ, पर टैंकां ते तोपां अगे छातियां डाउण वाले भी जिंदे हुंदे आ। साध संगत, सारे बाहां खड़ियां करन वाले नहीं हुंदे। सिर ते कफन बन के कातल नूं ढूंढण वाले भी मौजूद होंगे। जब से पता चला है मरने में है जिंदगी, सर पे कफन बांध के कातल कातल को ढूंढते हैं। तो दुनी चंद कहंदा भी भज जाइए। अब सब मिलकर मसलत कीजे, सलाह करिए, कल्ले गुरु गोबिंद सिंह जी रह जान ते असीं सारे रातों रात निकल जाइए। प्रथम प्रात ते संधि कीजै। प्रथम प्रात ते संधि कीजै, जां ते मिल जाइए दुश्मन नाल, संधि कर लीए। इत्थे थोड़ी जी जो राजनीति नूं असीं समझण दा यतन करांगे, हो सकदा घेरा भी इसे वास्ते चुक्या होवे, ते हो सकदा ये गलबात दुनी चंद नाल हो भी गई होवे भी जे निकलना चाहन, संधि करनी चाहो तो असीं तुहाडे नाल संधि कर लवांगे, गुरु गोबिंद सिंह जी दे नाल कोई भी ना रह जाए, ते जां फिर सारे भज जाण। ये दोनों ही सलाहां जिहड़ियां सी ना दुनी चंद ने दित्तियां। सब तो पहला भाई साहब भाई दया सिंह, भी जे भाई दया सिंह जी मन गए तो बाकी सिख उन्हां दी आपे मन जाणगे। सब तो जाके असीं दुनी चंद ने कहा भी मैं मोहरली कतार वालिआं नूं हत्थ पाउंदा, भी जां ते दुश्मन नाल मेल कर लईए जां रातों रात निकल जाइए। भीम चंद ढिंग दूत पठीजै। मेरी मनो ते भीम चंद दे कोल अपना एक आदमी भेज के कहिए भी असीं सारे तेरे नाल हां, ते गुरु गोबिंद सिंह जी दा की है फिर आपे कल्ले रह जा। इत्थों तक वेखो मनुख गिर सकदे आ। अपने गुरु दे गुरु नाल धोखा, गुरु नाल दगा, गुरु नाल सज्जनताई नहीं जिहड़े निभा सकणगे, वो होर किहदे सज्जन बनणगे। कहंदा चलो भीम चंद दे कोल एक आदमी भेजदे हां, संगर हो शांत वरतीजै। आपे सारा जंग मुक जाना है, असीं उधर मिल जावांगे। गुरु साहब जी की कल्ले लड़नगे, संगर शांत हो जाएगा, भयानक जंग मुक जाएगी। हिम गुर मानै तो ढिग रही है। ते गुरु साहब नूं भी मना लीए, असीं गुरु साहब जी नूं भी मना लीए भी संधि कर लो, जंग मुक जाएगी। जे ते गुरु साहब मनदे आ ते फिर आपां रहीए, ते जे नहीं मनदे फिर असीं कल्ले चलीए, सतगुरु जी नूं कल्लिआं नूं रहण दिओ। दुनी चंद ये बोल बोलदा नत नहक क्यों प्राण गवई है। कहंदे नहीं ते असीं नहाका अपनी जान क्यों गवाणी, एवें बिना मतलब तो जान गवाईए। जे ते सतगुरु जी संधि करना मनदे आ फिर आपां रहीए इत्थे, नहीं ते अपनी जान बचाउण वास्ते कोई हीला करिए। दया सिंह भरमिओ तिस जानिओ। भाई साहब भाई दया सिंह जी उच्चे सुच्चे रूहानी जीवन वाले, वाहिगुरू जी के रंग विच रत्ती हुई आत्मा, गुरु विच अभेद हुई, गुरु के चरनां च समाई हुई रूह, ते उन्हां नूं दुनी चंद दे बोलां विचों अकिरत घणता दी, कायरता दी गंध आई। वो अखां च झाकदे आ भी दुनी चंद की बोल रहे हैं तू। भाई दया सिंह जी ये गल समझ गए। दया सिंह भरमिओ तिस जानिओ, वो समझ गए भी ये बंदा भटक गया, ਇਹਦਾ विश्वास डोल गया,
ਇਹਦਾ ਨਿਸ਼ਚਾ ਥਿੜਕ ਗਿਆ, ਇਹਦਾ ਭਰੋਸਾ ਗਿਆ, ਕਮਜ਼ੋਰ ਪੈ ਗਿਆ। ਭਾਈ ਸਾਹਿਬ ਜੀ ਦੀ ਦੀਰਘ ਦ੍ਰਿਸ਼ਟੀ ਨੇ ਇੱਕ ਬੋਲ ਤੋਂ ਸਮਝ ਲਿਆ ਵੀ ਇਸ ਬੰਦੇ ਦੇ ਅੰਦਰ ਗੁਰੂ ਪ੍ਰਤੀ ਕੋਈ ਪ੍ਰੀਤ ਪ੍ਰਤੀਤ ਨਹੀਂ ਰਹਿ ਗਈ, ਇਹ ਗੁਰੂ ਨਾਲੋਂ ਭਟਕ ਚੁੱਕਿਆ ਹੈ। ਤੇ ਧੀਰਜ ਦੇ ਬਾਕ ਬਖਾਨਿਓ। ਫਿਰ ਵੀ ਭਾਈ ਸਾਹਿਬ ਜੀ ਨੇ ਕਿਹਾ ਇਹਦਾ ਭਲਾ ਕਰਨਾ ਚਾਹੀਦਾ। ਉਹ ਕਹਿਣ ਲੱਗੇ ਓਏ ਹੌਸਲਾ ਕਰ ਦੁਨੀ ਚੰਦ, ਧੀਰਜ ਰੱਖ, ਭਰੋਸਾ ਕਰ ਗੁਰੂ ਤੇ, ਪ੍ਰਤੀਤ ਕਰ ਗੁਰੂ ਦੀ। ਸਤਿਗੁਰੂ ਜੀ ਸਮਰੱਥ ਨੇ ਡੋਲਦੇ ਹੋਏ ਮਨ ਨੂੰ ਫੇਰ ਧੀਰਜ ਦਿੱਤਾ, ਡਾਵਾਂ ਡੋਲ ਹੋਏ ਨੂੰ ਨਾ, ਪਿੱਪਲੀ ਦੇ ਪੱਤੇ ਵਾਂਗ ਕੰਬਦੇ ਹੋਏ ਨੂੰ ਫਿਰ ਹੌਸਲਾ ਦਿੱਤਾ ਭਾਈ ਸਾਹਿਬ ਜੀ ਨੇ। ਦੁਨੀ ਚੰਦ ਆਪਣੀ ਕੁਸੰਗਤ ਦਾ ਅਸਰ ਪਾ ਰਿਹਾ। ਭਾਈ ਸਾਹਿਬ ਜੀ ਕਿਉਂ ਚਾਹੁੰਦੇ ਨੇ ਵੀ ਇਹ ਵਿਸ਼ਵਾਸ ਵਿੱਚ ਆ ਜਾਏ। ਉਹਨਾਂ ਨੇ ਬੜੇ ਠੰਮੇ ਦੇ ਬਚਨ ਕਹੇ, ਗੁਰ ਸਰ ਬੱਗਿਆ ਭਲੀ ਸਭ ਕਰੈ। ਕਹਿੰਦੇ ਭਰੋਸਾ ਕਰ, ਗੁਰ ਸਰਬੱਗਿਆ, ਸਭ ਕੁਝ ਕਰਨ ਦੇ ਸਮਰੱਥ ਨੇ, ਅਸੀਂ ਅਲਪੱਗ ਹਾਂ, ਸਤਿਗੁਰੂ ਸਰਬੱਗ ਨੇ। ਭਲੀ ਸਭ ਕਰੈ, ਇਹ ਸਤਿਗੁਰੂ ਜੀ ਤੇਰਾ ਬੁਰਾ ਨਹੀਂ ਕਰਨਗੇ, ਕਿਸੇ ਦਾ ਸਾਡਾ ਬੁਰਾ ਨਹੀਂ ਕਰਨਗੇ, ਉਹ ਭਲਾ ਕਰਨਗੇ। ਵਿਸ਼ਵਾਸ ਕਰ, ਕੁਝ ਵੀ ਮੰਦਾ ਨਹੀਂ ਹੋਵੇਗਾ। ਹੋਣ ਹਾਰ ਸੋਈ ਚਿਤ ਧਰੈ। ਜੋ ਕੁਝ ਹੋਣਾ ਹੈ ਨਾ ਉਹੀ ਸਤਿਗੁਰੂ ਜੀ ਵਰਤਾਉਂਦੇ ਆ, ਤੂੰ ਫਿਕਰ ਨਾ ਕਰ। ਜੇ ਮਹਾਰਾਜ ਨੇ ਕਿਹਾ ਕਿ ਹਾਥੀ ਦਾ ਮੁਕਾਬਲਾ ਕਰਾਵਾਂਗੇ ਤੇ ਹੋਏਗਾ, ਜੇ ਉਹਨਾਂ ਨੇ ਕਿਹਾ ਹਾਥੀ ਨੂੰ ਭਜਾ ਦੇਾਂਗੇ ਤੇ ਹਾਥੀ ਭੱਜੇਗਾ। ਸਤਿਗੁਰਾਂ ਦੇ ਬਚਨਾਂ ਉੱਤੇ ਭਰੋਸਾ ਕਰ। ਤਰਕ ਨਾ ਤਿਨ ਕੀ ਕਿਤ ਮੈਂ ਬਨੈ। ਗੁਰੂ ਸਾਹਿਬ ਜੀ ਦੇ ਕਰਮ ਉੱਤੇ, ਗੁਰੂ ਸਾਹਿਬ ਜੀ ਦੀ ਕਰਨੀ ਉੱਤੇ ਇਹ ਸ਼ੰਕੇ ਨਾ ਕਰ, ਤਰਕ ਵਿਤਰਕ ਨਾ ਕਰ ਵੀ ਪਤਾ ਨਹੀਂ ਹੋਣਾ ਕਿਵੇਂ ਹੋਣਾ, ਇਹ ਸ਼ੰਕੇ ਨਾ ਕਰ, ਭਰੋਸਾ ਕਰ, ਨਿਸ਼ਚਾ ਕਰ। ਮੈਂ ਤਾਂ ਬੇਨਤੀ ਕੀਤੀ, ਕੱਲ ਵੀ ਪਰਸੋਂ ਵੀ ਬੇਨਤੀ ਕੀਤੀ, ਗਿਆਨੀ ਹੋਣਾ ਚਾਹੀਦਾ, ਸੂਝਵਾਨ ਹੋਣਾ ਚਾਹੀਦਾ, ਸਿਆਣਾ ਹੋਣਾ ਚਾਹੀਦਾ, ਬੁੱਧੀਮਾਨ ਹੋਣਾ ਚਾਹੀਦਾ। ਪਰ ਬੁੱਧੀਮਾਨ ਹੋਣ ਦਾ ਮਤਲਬ ਇਹ ਨਹੀਂ ਕਿ ਬੇਪ੍ਰਤੀਤਾ ਹੋਵੇ। ਠੀਕ ਹੈ, ਅਕਲ ਬੜੀ ਸੂਝ-ਬੂਝ ਵਾਲੀ ਹੋਣੀ ਚਾਹੀਦੀ ਹੈ, ਪਰ ਜੇ ਇਹ ਅਕਲ ਸਾਡੇ ਨਿਸ਼ਚੇ ਨੂੰ ਕਮਜ਼ੋਰ ਕਰਦੀ ਹੈ, ਸ਼ੰਕੇ ਪੈਦਾ ਕਰਦੀ ਹੈ, ਤੇ ਫਿਰ ਅਸੀਂ ਅਕਲ ਦੇ ਰਾਹ ਤੇ ਨਹੀਂ ਤੁਰੇ, ਅਸੀਂ ਭਰਮ ਦੇ ਖੂਹ 'ਚ ਡਿੱਗ ਰਹੇ ਹਾਂ। ਇਹ ਭਰੋਸਾ ਦ੍ਰਿੜ ਰੱਖਣਾ ਕਿ ਮੇਰਾ ਸਤਿਗੁਰ ਮਾਰਜ ਵਾਲਣਹਾਰਾ ਹੈ, ਉਹਦੇ ਹੱਥ ਵਿੱਚ ਸਾਰੀ ਡੋਰੀ ਹੈ। ਤੋ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਦੁਨੀ ਚੰਦ, ਗੁਰੂ ਉੱਤੇ ਭਰੋਸਾ ਕਰ, ਗੁਰੂ ਤੇ ਸ਼ੰਕਾ ਨਾ ਕਰ। ਰੋ ਅਨੁਸਾਰੀ ਆਨੰਦ ਸਣੈ। ਜੇ ਗੁਰੂ ਕੇ ਅਨੁਸਾਰ ਰਹੇਗਾ ਤੇ ਆਨੰਦ ਚ ਰਹੇਗਾ, ਤੇ ਜੇ ਗੁਰੂ ਤੋਂ ਬੇਪ੍ਰਤੀਤਾ ਹੋਏਗਾ ਤੇ ਚਿੰਤਾ ਦੇ ਸਮੁੰਦਰ 'ਚ, ਚਿੰਤਾ ਦੀ ਚਿਖਾ ਵਿੱਚ ਸੜਦਾ ਰਹੇਗਾ। ਫਿਰ ਤੂੰ ਚੈਨ ਦਾ ਸੁੱਖ, ਨੀਂਦ ਨਹੀਂ ਪਾ ਸਕੇਗਾ, ਸੁੱਖ ਨਹੀਂ ਭੋਗ ਸਕੇਗਾ। ਗੁਰੂ ਕੇ ਅਨੁਕੂਲ ਹੋ ਕੇ, ਗੁਰੂ ਦੇ ਅਨੁਸਾਰੀ ਹੋ ਕੇ ਚੱਲ। ਹੁਕਮ ਕਰੈ ਸੋ ਮਾਨੋ ਭਲੋ। ਇਹ ਭਰੋਸੇ ਦੀ ਨਿਸ਼ਾਨੀ ਹੈ ਕਿ ਗੁਰੂ ਦੇ ਹੁਕਮ ਨੂੰ ਮੰਨਣਾ। ਮਨ ਮੇਰੇ ਸਤਿਗੁਰ ਕੈ ਭਾਣੇ ਚੱਲ। ਗੁਰੂ ਸਾਹਿਬ ਜੀ ਜੋ ਬਚਨ ਕਰਦੇ ਨੇ, ਸਤ ਕਰਕੇ, ਨਿਸ਼ਚਾ ਕਰਕੇ ਉਹਨੂੰ ਮੰਨ। ਜਿਮ ਤੋਰੈ ਮਗ ਤਿਮਹੀ ਚੱਲੋ। ਜਿਵੇਂ ਸਤਿਗੁਰੂ ਤੋਰਦਾ, ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਜਿਮ ਤੋਰੈ, ਜਿਵੇਂ ਉਹ ਤੋਰਦਾ ਜਿਹੜੇ ਰਾਹ ਤੇ, ਉਸੇ ਰਾਹ ਤੇ ਭਰੋਸੇ ਨਾਲ ਚਲੋ ਨਾ ਜੀ। ਜੋ ਗੁਰ ਕਹੈ ਸੋਈ ਭਲ ਮੰਨੋ, ਜੋ ਗੁਰ ਕਹੈ ਉਹਨੂੰ ਸਤ ਕਰਕੇ ਮੰਨਣਾ। ਹਰ ਹਰ ਕਥਾ ਨਿਰਾਲੀ, ਇਹੀ ਸਿੱਖੀ ਕਮਾਉਣ ਦਾ ਰਸਤਾ ਹੈ। ਹਿਮ ਸੁਣ ਉੱਠ ਆਪਣਾ ਢਿੱਗ ਗਇਓ। ਦੁਨੀ ਚੰਦ ਨੇ ਵੇਖਿਆ ਵੀ ਮੇਰਾ ਦਾ ਭਾਈ ਦਇਆ ਸਿੰਘ ਜੀ ਉੱਤੇ ਨਹੀਂ ਚੱਲਣਾ ਜੀ, ਉਹ ਮੇਰੀਆਂ ਗੱਲਾਂ ਵਿੱਚ ਨਹੀਂ ਆਉਣ ਵਾਲੇ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦੁਨੀ ਚੰਦ ਦੀਆਂ ਗੱਲਾਂ ਦੇ ਪ੍ਰਭਾਵਿਤ ਨਹੀਂ ਹੋਏ, ਡਰੇ ਨਹੀਂ। ਇਹਨੇ ਬੜਾ ਡਰਾਉਣ ਦਾ ਯਤਨ ਕੀਤਾ, ਹਾਏ ਮੌਤ ਆ ਜਾਏਗੀ, ਹਾਏ ਕੀ ਬਣੇਗਾ। ਉਹ ਕਹਿੰਦੇ ਗੁਰੂ ਦੇ ਭਰੋਸੇ ਤੇ ਹਾਂ, ਸਤਿਗੁਰੂ ਸਮਰੱਥ ਹੈ, ਜੰਮਣ ਮਰਨਾ ਮੇਰੇ ਗੁਰੂ ਦੇ ਹੱਥ ਵਿੱਚ ਹੈ। ਜੰਮਣ ਮਰਨਾ ਹੁਕਮ ਹੈ, ਭਾਣਾ ਆਵੇ ਜਾਏ। ਜਿਹੜਾ ਭਰੋਸੇ ਵਾਲਾ ਉਹ ਕਿੱਥੇ ਡੋਲਦਾ? ਝੱਖੜਾਂ ਨਾਲ, ਬਾਵਾਂ ਨਾਲ ਕਿਤੇ ਡੋਲਦਾ? ਝੱਖੜ ਵਾਓ ਨਾਲ ਡੋਲ ਲਈ ਪਰਬਤ ਮੇਰਾ, ਕਦੀ ਪਰਬਤ ਹਿੱਲਦੇ ਆ ਝੱਖੜਾਂ ਬਾਵਾਂ ਨਾਲ? ਦੁਨੀ ਚੰਦ ਨੇ ਸੋਚਿਆ ਵੀ ਭਾਈ ਦਇਆ ਸਿੰਘ ਜੀ ਮੇਰੀਆਂ ਗੱਲਾਂ ਵਿੱਚ ਨਹੀਂ ਆ ਸਕਦੇ, ਇਸ ਵਾਸਤੇ ਭਾਈ ਸਾਹਿਬ ਕੋਲੋਂ ਉੱਠਿਆ ਤੇ ਦੁਨੀ ਚੰਦ ਵਾਪਸ ਆ ਗਿਆ।
ਇਸ ਵਿਦਹੀ ਸੋ ਭਖਤ ਭਇਓ। ਇਦਾਂ ਹੀ ਫੇਰ ਨਾ ਜਾ ਕੇ ਹੋਰ ਸਿੰਘਾਂ ਕੋਲ ਗਿਆ, ਇਦਾਂ ਹੀ ਜਾ ਕੇ ਬਾਕੀਆਂ ਨੂੰ ਕਹਿੰਦਾ ਹੈ। ਧਰਮ ਸਿੰਘ ਸਾਹਿਬ ਸਿੰਘ ਪਾਸੇ, ਭਾਈ ਸਾਹਿਬ ਭਾਈ ਧਰਮ ਸਿੰਘ ਜੀ ਕੋਲ ਗਿਆ, ਭਾਈ ਸਾਹਿਬ ਸਿੰਘ ਜੀ ਕੋਲ ਗਿਆ। ਦੁਨੀ ਚੰਦ ਦਾ ਇਹ ਵੀ ਮਨਸੂਬਾ ਲੱਗਦਾ ਕਿ ਜੇ 5 ਸਿੰਘ ਕਹਿ ਦੇਣ ਤੇ ਸਾਰੇ ਸਿੱਖ ਚਲੇ ਜਾਣਗੇ, ਤੇ ਉਹ ਹੋ ਸਕਦਾ ਇਸੇ ਲਈ 5 ਪਿਆਰਿਆਂ ਕੋਲ ਗਿਆ ਵੀ ਤੁਸੀਂ ਕਹਿ ਦਿਓ, ਤੁਸੀਂ ਹੁਕਮ ਜਾਰੀ ਕਰ ਦਿਓ ਵੀ 5 ਦਾ ਬਚਨ ਹੁਕਮ ਹੋ ਜਾਣਾ ਤੇ ਸਾਰੇ ਸਿੱਖ ਮੰਨਣਗੇ। ਇਸ ਲਈ ਪਹਿਲਾਂ ਭਾਈ ਦਇਆ ਸਿੰਘ ਜੀ ਕੋਲ ਗਿਆ, ਫਿਰ ਭਾਈ ਧਰਮ ਸਿੰਘ ਜੀ ਕੋਲ ਗਿਆ, ਫਿਰ ਭਾਈ ਸਾਹਿਬ ਸਿੰਘ ਜੀ ਕੋਲ ਗਿਆ, ਸਾਰਿਆਂ ਕੋਲ ਗਿਆ ਵੀ 5 ਦੀ ਤਾਕਤ ਨੂੰ ਵਰਤ ਲਈਏ ਤੇ ਗੁਰੂ ਕੱਲਾ ਰਹਿ ਜਾਏਗਾ, ਸਾਰੇ ਜਿਹੜੇ ਆ ਉਹ ਸਿੱਖ ਚਲੇ ਜਾਣਗੇ। ਇਹ ਵੀ ਚਤੁਰਾਈ ਵਰਤੀ ਦੁਨੀ ਚੰਦ ਨੇ ਸਾਧ ਸੰਗਤ। ਕੀ ਹੁੰਦਾ ਕੱਲ ਨੂੰ ਸਾਹਿਬ ਆਪਣੀ ਹਜ਼ੂਰੀ ਬਖਸ਼ਣ, ਸੋਝੀ ਬਖਸ਼ਣ, ਭੁੱਲਾਂ ਬਖਸ਼ ਦੇ, ਅਸੀਸ ਦਿਓ। ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਹੇ ਪੂਰਨ ਹੈ ਸਰਬ ਮਹਿ, ਹੇ ਸੰਗੀ ਹੈ ਨਿਰੰਕਾਰ, ਹੇ ਗੋਬਿੰਦ ਹੈ ਗੁਣ ਨਿਧਾਨ, ਹੇ ਅਪਰੰਪਰ ਹਰ ਹਰੇ, ਹੇ ਸੰਤਾਂ ਕੈ ਸਦਾ ਸੰਗ, ਹੇ ਠਾਕੁਰ ਹਉ ਦਾਸਰੋ, ਨਾਨਕ ਦੀਜੈ ਨਾਮਦਾਨ, ਆਏ ਪ੍ਰਭ ਸ਼ਰਨਾਗਤੀ, ਏਕ ਅੱਖਰ ਹਰ ਮਨ ਬਸਤ, ਏਕ ਅੱਖਰ ਹਰ ਮਨ ਬਸਤ, ਮੀਤ ਚਲੋ ਗੁਰ ਚਾਲੀ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਮੀਤ ਚਲੋ ਗੁਰ ਚਾਲੀ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਗੁਰ ਚਾਲੀ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਮੀਤ ਚਲੋ ਗੁਰ ਚਾਲੀ, ਗੁਰ ਸਿੱਖ ਮੀਤ ਚਲੋ ਗੁਰ ਚਾਲੀ। ਜੋ ਗੁਰ ਕਹੈ ਸੋਈ ਭਲ ਮਾਨੋ, ਜੋ ਗੁਰ ਕਹੈ ਸੋਈ ਭਲ ਮਾਨੋ।